शहीदां ने शहादतां दित्तियां, उन्हां शहीदां दे सुपने हाले पूरे नहीं होए। ते बाबा सोहण सिंह भकना कहंदा सी भी जिन्नी जेल मैनू अंग्रेजां खिलाफ नहीं कटनी भी उन्नी काले अंग्रेजां खिलाफ कटनी। अज 47 तो बाद जेल च क्यों रखिया जांदा, की अपराध कीते सी उन्हें? क्योंकि वो सच बोलदा सी, उत्ते पैरा सी भी ये बंदे ने जे लोकां सामने सही गल्लां दस दित्तियां भी तुहाडे नाल धोखा होया। लोकां दी आर्थिक आजादी वाली आजादी सी, ਜਿਹੜੇ ਲੋਕਾਂ ਨੂੰ ਹੱਕ ਹਕੂਕ ਮਿਲਣੇ ਚਾਹੀਦੇ ਸੀ ਭਾਰਤ ਦੇ ਲੋਕਾਂ ਨੂੰ, ਉਹ ਨਹੀਂ ਮਿਲੇ ਹੈਗੇ। ਜੇ ਦਿੱਲੀ 'ਚ ਆਰਥਿਕ ਬਦਲ ਕੋ ਚੰਗਾ ਦਿੱਤਾ ਹੁੰਦਾ ਤਾਂ ਦਿੱਲੀ ਦੇ ਲੋਕਾਂ ਦੀ ਗਰੀਬੀ ਕਿਉਂ ਨਾ ਮੁੱਕ ਜਾਂਦੀ। ਨਾ ਕੋਈ ਸਮਾਜਿਕ ਬਦਲਾਅ ਦਾ ਸਾਡੇ ਸਿਆਸਤਦਾਨਾਂ ਕੋਲ ਏਜੰਡਾ ਵਾ, ਠੀਕ ਆ, ਨਾ ਕੋਈ ਇੱਥੇ ਰਾਜਨੀਤਿਕ ਜਿਸ ਕਿਸਮ ਦਾ ਸੈਟਅਪ ਚੱਲ ਰਿਹਾ ਵਾ ਮਾਫੀਆ, ਉਹਦੇ 'ਚ ਬਦਲਾਅ ਦਾ ਕੋਈ ਏਜੰਡਾ ਹੈਗਾ। ਨਾ ਕਿਸਾਨਾਂ ਦੇ, ਮਜ਼ਦੂਰਾਂ ਦੇ, ਨਾ ਆਮ ਲੋਕਾਂ ਦੇ ਮੁੱਦਿਆਂ ਤੇ ਕੋਈ ਬਹੁਤੀ ਚੰਗੀ ਇਹਨਾਂ ਦੀ ਪਕੜ ਹੈਗੀ। ਕੇਜਰੀਵਾਲ ਜੀ ਦੱਸਣ ਇੰਡੀਅਨ ਪਿਨਲ ਕੋਡ ਤੇ ਉਹਨਾਂ ਦੇ ਵਿਚਾਰ ਕੀ ਹੈ। ਖੈਰ ਅਕਾਲੀ ਦਲ ਨੇ ਤਾਂ ਦੱਸਣਾ ਹੀ ਨਹੀਂ, ਉਹ ਤਾਂ ਪਿਛਲੇ ਉਹਨਾਂ ਕੋਲੇ ਤੇ ਇਹਨਾਂ ਗੱਲਾਂ ਦਾ ਮਤਲਬ ਹੀ ਕੋਈ ਨਹੀਂ ਹੁੰਦੇ। ਬਹੁਤ ਵਧੀਆ ਵਿਵਸਥਾ ਵਾ, ਕਾਂਗਰਸ ਕਿਉਂ ਦੱਸੂਗੀ? ਜਿਹੜੇ ਇਹਨਾਂ ਦੇ ਹਮਾਇਤੀ ਆ, ਨਾ ਕਾਂਗਰਸੀ ਦੱਸਣਗੇ ਨਾ ਅਕਾਲੀ ਦੱਸਣਗੇ, ਭਾਜਪਾ ਵਾਲੇ ਵੀ ਕਿਉਂ ਦੱਸਣਗੇ? ਜਿਹੜਾ ਇੰਡੀਅਨ ਪੀਨਲ ਕੋਡ ਆ, ਜਿਹੜਾ ਕਾਨੂੰਨ ਆ, ਉਹ ਇਹਦੇ ਲਈ ਜ਼ਿੰਮੇਵਾਰ ਹੈਗਾ, ਕਿਉਂਕਿ ਕਾਨੂੰਨ ਦੇ ਵਿੱਚ ਪ੍ਰੋਵੀਜ਼ਨਾਂ ਹੀ ਇਹੋ ਜਿਹੀਆਂ ਵੀ ਤੁਸੀਂ ਵੀਆਈਪੀ ਦੀ ਰਾਖੀ ਕਰਨੀ ਹੈ। ਵੀਆਈਪੀ ਵੈਰੀ ਇੰਪੋਰਟੈਂਟ ਪਰਸਨ, ਆਮ ਲੋਕਾਂ ਦੀ ਰਾਖੀ ਨਹੀਂ ਕਰਨੀ ਹੈਗੀ, ਉਹ ਜਵਾਬਦੇਹ ਨਹੀਂ ਹੈ ਆਮ ਲੋਕਾਂ ਪ੍ਰਤੀ। ਅੰਗਰੇਜ਼ਾਂ ਨੇ ਇਸ ਕਰਕੇ ਐਕਟ ਲਿਆਂਦਾ ਸੀਗਾ ਵੀ ਭਾਰਤੀਆਂ ਨੂੰ ਕੁੱਟਣਾ ਵਾ, ਮਾਰਨਾ ਵਾ, ਗੁਲਾਮਾਂ ਵਾਸਤੇ ਐਕਟ ਆਇਆ ਸੀ ਵੀ ਗੁਲਾਮ ਬੰਦੇ ਨੂੰ ਕਿੱਦਾਂ ਕਾਬੂ ਰੱਖੀਦਾ। ਉਹੀ ਗੁਲਾਮਾਂ ਨੂੰ ਕਾਬੂ ਕਰਨ ਵਾਲਾ ਐਕਟ ਅਜੇ ਵੀ ਭਾਰਤ 'ਚ ਆ। ਤਾਂ ਭਾਈ ਤੁਸੀਂ ਕਿਹੜੇ ਕਹਿੰਦੇ ਲੋਕਾਂ ਦੇ ਏਜੰਡਿਆਂ ਤੇ ਚੋਣਾਂ ਹੋ ਜਾਣੀਆਂ? ਕਿਸੇ ਕੋਲ ਕੋਈ ਏਜੰਡਾ ਨਹੀਂ ਹੈਗਾ। ਕੋਈ ਆਂਦਾ 20 ਦਊਗਾ, 40 ਆਂਦਾ ਦੇ ਦੂੰਗਾ, 60 ਦਊਗਾ, 80 ਰੁਪਏ ਦੇ ਦੂੰ। ਇਹਦੇ ਨਾਲ ਕੁਝ ਨਹੀਂ ਹੋ ਜਾਣਾ। ਇਹ ਲੋਕ ਲਭਾਉਣੇ ਨਾ ਰਿਆ ਨਾ, ਦੇਸ਼ ਦਾ ਕੁਝ ਵੀ ਸੌਰਨ ਵਾਲਾ ਨਹੀਂ ਹੈਗਾ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਵੱਖ-ਵੱਖ ਮੁੱਦਿਆਂ ਤੇ ਪ੍ਰਤੀਕਰਮ ਦਿੱਤਾ ਹੈ। ਸਿਆਸਤਦਾਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਣ ਦੇ ਨਾਲ-ਨਾਲ ਪੰਧੇਰ ਨੇ ਕਾਰਪੋਰੇਟ ਘਰਾਣਿਆਂ ਤੇ ਵੀ ਤੰਜ ਕੱਸੇ ਨੇ। ਪੰਧੇਰ ਦਾ ਕਹਿਣਾ ਹੈ ਕਿ ਲੋਕ ਲੁਭਾਊ ਨਾਅਰਿਆਂ ਨਾਲ ਦੇਸ਼ ਦਾ ਕੁਝ ਵੀ ਸੰਵਰਨ ਵਾਲਾ ਨਹੀਂ। ਪੰਜਾਬ ਲਈ, ਦੇਸ਼ ਲਈ, ਪੰਜਾਬ ਦੇ ਲੋਕਾਂ ਲਈ, ਕਿਸਾਨਾਂ ਮਜ਼ਦੂਰਾਂ ਲਈ ਬਹੁਤ ਅਹਿਮ ਸਮਾਂ ਵਾ ਤੇ ਬਹੁਤ ਜ਼ਿਆਦਾ ਜ਼ਰੂਰੀ ਤੁਹਾਡੇ ਨਾਲ ਵਿਚਾਰਾਂ ਚਰਚਾ ਕਰਨੀ ਹੈ। ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ। ਬੇਨਤੀ ਆ ਵੀ ਜਿਹੜੀ ਬਾਰਿਸ਼ ਹੋਈ ਆ ਪੰਜਾਬ ਦੇ ਵਿੱਚ, ਉਹ ਬਹੁਤ ਜ਼ਿਆਦਾ ਹੋਈ ਆ ਤੇ ਪਾਣੀ ਕਣਕਾਂ 'ਚ ਬਹੁਤ ਜ਼ਿਆਦਾ ਖੜ ਗਿਆ ਵਾ। ਤੇ ਅਸੀਂ ਕੱਲ ਵੀ ਪੰਜਾਬ ਸਰਕਾਰ ਕੋ ਮੰਗ ਕੀਤੀ ਸੀ ਵੀ ਇਹਦੀਆਂ ਗਰਦੌਰੀਆਂ ਦਾ ਹੁਕਮ ਦਿੱਤਾ ਜਾਵੇ ਤੇ ਔਰ ਅਜੇ ਤੱਕ ਕੋਈ ਲੀਡਰ ਵੀ ਇਹਨਾਂ ਮੁੱਦਿਆਂ ਤੇ, ਪੰਜਾਬ ਦੇ ਵਿੱਚ ਖੇਤੀ ਆਧਾਰਿਤ ਇਹ ਸੂਬਾ ਵਾ, ਸਾਰੇ ਚਾਹੁੰਦੇ ਆ ਕਿਸਾਨਾਂ ਦੀਆਂ ਵੋਟਾਂ ਲੈਣ, ਪਰ ਅਜੇ ਤੱਕ ਵੀ ਉਹਦੀਆਂ ਗਰਦੌਰੀਆਂ ਕਰਾ ਕੇ ਜਿਹੜੇ ਨੁਕਸਾਨ ਹੋਏ ਆ ਫਸਲਾਂ ਦੇ, ਉਹਦੀ ਮੁਆਵਜ਼ੇ ਦੀ ਮੰਗ ਹਾਲੇ ਤੱਕ ਨਹੀਂ ਕਿਤੇ ਵੀ ਹੈਗੀ। ਇੱਕ ਤਾਂ ਇਹ, ਦੂਜਾ ਆਲੂ ਵਾਲੀ ਫਸਲ ਦਾ ਬਹੁਤ ਨੁਕਸਾਨ ਹੋ ਗਿਆ। ਬਹੁਤ ਸਾਰੇ ਥਾਵਾਂ ਤੇ ਮਟਰ ਹਜੇ ਤੜਾਈ ਸੀਗੀ, ਉਹ ਪਾਣੀ ਇੰਨਾ ਜ਼ਿਆਦਾ ਵਾ, ਉਹਨਾਂ 'ਚ ਵੀ ਸਾਨੂੰ ਸਮੱਸਿਆ ਆ ਰਹੀ ਹੈ। ਸੋ ਸਬਜ਼ੀਆਂ ਜਿੱਦਾਂ ਕਣਕ ਖੜੀ ਆ ਨੀਵੇਂ ਥਾਵਾਂ ਦੇ ਉੱਤੇ ਪਾਣੀ ਖੜ ਗਿਆ, ਕਈ ਥਾਵਾਂ ਤੇ ਸਰੋਂ ਸੀਗੀ ਉੱਤੇ ਪਾਣੀ ਚੜ ਗਿਆ ਵਾ ਤੇ ਬਹੁਤ ਸਾਰੇ ਹੋਰ ਵੀ ਹੈਗੇ ਨੇ। ਤੋ ਇਸ ਕਰਕੇ ਆ ਵੀ ਸਭ ਤੋਂ ਪਹਿਲਾਂ ਤੁਸੀਂ ਦੌਣਾ ਕੀ ਆ, ਗਰਦੌਰੀਆਂ ਦੇ ਹੁਕਮ ਤੱਕ ਨਹੀਂ ਤੁਸੀਂ ਦੇਖਦੇ ਵੀ ਕਿੰਨਾ ਨੁਕਸਾਨ ਹੋਇਆ। ਤੁਸੀਂ ਇਹੀ ਜਾ ਕੇ ਦੇਖ ਲਓ ਤਾਂ ਹਜੇ ਇਲੈਕਸ਼ਨ ਆ ਤੇ ਤੁਸੀਂ ਦੇਖੋ ਕਿੰਨੀਆਂ ਵਰਚੁਅਲ ਕੱਲ ਜਿਹੜੀ ਆ ਉਹ ਆਪ ਦੀ ਗੱਲ ਪ੍ਰੈਸ ਨੂੰ ਕੀਤੀ ਗਈ ਆ, ਲੋਕਾਂ ਨੂੰ ਮੁਖਾਤਬ ਹੋਇਆ ਗਿਆ ਵਾ ਤੇ ਕਿਸੇ ਵੱਲੋਂ ਵੀ ਇਹ ਮੁੱਦਾ ਨਹੀਂ ਚੱਕਿਆ ਗਿਆ ਵੀ ਇੰਨੀ ਭਾਰੀ ਬਾਰਿਸ਼ ਨਾਲ ਕਿਸਾਨਾਂ ਦੇ ਨੁਕਸਾਨ ਹੋ ਰਹੇ ਆ। ਬਹੁਤ ਸਾਰੇ ਥਾਵਾਂ ਤੇ ਜਿਹੜੇ ਗਰੀਬ ਨੇ ਉਹਨਾਂ ਦੇ ਮਕਾਨ ਡਿੱਗੇ ਆ, ਇੱਕ ਅੱਧੇ ਥਾਂ ਤੇ ਜਾਨੀ ਨੁਕਸਾਨ ਦਾ ਵੀ ਆ, ਮਾਲੀ ਵੀ ਨੁਕਸਾਨ ਹੋਇਆ। ਤੇ ਇਹ ਸਾਰਿਆਂ ਦਾ ਕੋਈ ਸਟੇਟ ਕਲਿਆਣਕਾਰੀ ਹੋਵੇ, ਉਹ ਮਾੜਾ ਜਿਹਾ ਹਾਲ ਵੇਖੇ ਲੋਕਾਂ ਦਾ ਵੀ ਕੀ ਹਾਲਾਤ ਨੇ ਤੇ ਉਹਨਾਂ ਨੂੰ ਜਿਹੜਾ ਵਾ ਉਹ ਸੁਧਾਰਿਆ ਜਾ ਸਕੇ। ਤੋ ਇਹ ਸੀਗਾ। ਸੋ ਇਸ ਕਰਕੇ ਹਜੇ ਤੱਕ ਕੋਈ ਵੀ ਹੁਕਮ ਅਸੀਂ ਦੇਖ ਨਹੀਂ ਰਹੇ, ਇਹ ਮੰਗ ਚੱਕਣੀ ਚਾਹੀਦੀ। ਦੂਸਰਾ ਵੀ ਇਲੈਕਸ਼ਨ ਦਾ ਦੌਰ ਆ ਤੇ ਬਹੁਤ ਅਹਿਮ ਦੌਰ ਆ ਇਸ ਵੇਲੇ, ਠੀਕ ਆ ਜੀ। ਔਰ ਇਹ ਦੌਰ ਨੇ ਜਿਹੜਾ ਵਾ, ਜੇ ਤੁਸੀਂ ਇਸ ਦੌਰ ਦੇ ਵਿੱਚ ਲੋਕਾਂ ਦੀ ਸਮਝ ਬੂਝ, ਕਿਸਾਨ ਮਜ਼ਦੂਰਾਂ ਦੀ ਸਮਝ ਬੂਝ ਜਿਹੜੀ ਸਹੀ ਦਿਸ਼ਾ ਵੱਲ ਜਾਂਦੀ ਆ,
ਤਾਂ ਜਿਹੜਾ ਵਾ ਆਪਾਂ ਬਹੁਤ ਵੱਡੇ ਜਿਹੜੇ ਆ ਸਫਲਤਾਵਾਂ ਹਾਸਲ ਕਰ ਸਕਦੇ ਆ। ਯਾਨੀ ਦੀ ਜਿਹੜਾ ਇਹ ਭਾਰਤ ਦੀ ਵਿਵਸਥਾ ਜਦੋਂ ਦੀ ਕਹਿੰਦੀ ਆ 47 ਤੋਂ ਬਾਅਦ ਵੀ ਆਜ਼ਾਦੀ ਆ, ਉਹ ਆਜ਼ਾਦੀ ਕਰਕੇ ਇਹਨੂੰ ਜਿਹੜਾ ਵਾ ਉਹ ਪੇਸ਼ ਕਰਦੇ ਆ। ਪਰ ਅਸੀਂ ਕਹਿੰਦੇ ਆ ਵੀ ਭਾਰਤ ਵਰਗੇ ਦੇਸ਼ 'ਚ ਜੇ ਸਾਰਾ ਕੁਝ ਦੇਖਿਆ ਜਾਏ ਤੇ ਇੱਥੇ ਆਰਥਿਕ ਗੁਲਾਮੀ ਬਹੁਤ ਵੱਡੀ ਗੁਲਾਮੀ ਆ। ਬੇਸ਼ੱਕ ਅੰਗਰੇਜ਼ ਇਸ ਮੁਲਕ 'ਚੋਂ ਅਸੀਂ ਕੱਢ ਲਏ ਸੀਗੇ, ਅੰਗਰੇਜ਼ ਕੱਢ ਲਏ, ਵੱਡੀਆਂ ਕੁਰਬਾਨੀਆਂ ਦਿੱਤੀਆਂ, ਅੰਗਰੇਜ਼ਾਂ ਤੋਂ ਭਾਰਤ ਆਜ਼ਾਦ ਕਰਾਇਆ, ਇਹ 'ਚ ਕੋਈ ਰੌਲਾ ਨਹੀਂ ਹੈਗਾ। ਪਰ ਉਹ ਆਜ਼ਾਦੀ ਕਿਹੜੀ ਆਜ਼ਾਦੀ ਜਿਹੜੇ ਸਾਡੇ ਦੇਸ਼ ਭਗਤਾਂ ਨੇ ਲੜ ਕੇ ਲਈ ਸੀਗੀ, ਜਿਹੜੀ ਆਜ਼ਾਦੀ ਸਾਡੇ ਬਜ਼ੁਰਗਾਂ ਦਾ ਕਿਤੇ ਸੁਪਨਾ ਸੀਗਾ, ਸਾਡਾ ਸੁਪਨਾ ਸੀਗਾ, ਉਹ ਸੁਪਨਾ ਸਾਕਾਰ ਨਹੀਂ ਹੋਇਆ ਹੈਗਾ। ਮੈਂ ਤੁਹਾਨੂੰ ਇੱਕ ਜ਼ਰੂਰੀ ਤੁਹਾਨੂੰ ਸਾਂਝੀ ਕਰੂੰਗਾ, ਮੇਰੀ ਕੀ ਕਾਤ ਹੈ ਵੀ ਮੈਂ ਦੇਸ਼ ਦੇ ਇਸ ਵੱਡੇ ਮਸਲੇ ਤੇ ਤੁਹਾਡੇ ਨਾਲ ਵਿਚਾਰ ਕਰਾਂ। ਮੈਂ ਕੋਟ ਕਰੂੰਗਾ ਇੱਕ ਦੋ ਵੱਡੇ ਦੇਸ਼ ਭਗਤਾਂ ਨੂੰ। ਗਦਰ ਲਹਿਰ ਦੇ ਮੋਢੀ ਹੋਏ ਆ ਬਾਬਾ ਸੋਹਣ ਸਿੰਘ ਜੀ ਭਕਨਾ। ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਹਥਿਆਰਬੰਦ ਘੋਲ ਵੀ ਲੜਿਆ, ਵਿਦੇਸ਼ਾਂ ਤੋਂ ਆਪਣੀ ਚੰਗੀ ਜ਼ਿੰਦਗੀ ਛੱਡ ਕੇ ਇੰਡੀਆ ਵਿੱਚ ਆਏ ਤੇ ਵੱਡੀਆਂ ਸੰਘਰਸ਼ ਕੀਤੇ ਆ। ਔਰ ਉਹ ਦੇਸ਼ ਭਗਤ ਅਜਿਹਾ ਦੇਸ਼ ਭਗਤ ਕ੍ਰਾਂਤੀਕਾਰੀ ਆ ਜਿਹੜਾ 47 ਤੋਂ ਬਾਅਦ ਵੀ ਜਿੰਦਾ ਰਿਹਾ ਔਰ ਜਿੰਦਾ ਰਿਹਾ। ਔਰ ਉਹ ਕਹਿੰਦੇ ਆ ਵੀ ਜਦੋਂ 60-70 ਦਾ ਦਹਾਕਾ ਸੀਗਾ ਤੇ ਜਿਹੜੇ ਲੁਧਿਆਣੇ ਦੇ ਸਟੂਡੈਂਟ ਸੀਗੇ ਇੰਜੀਨੀਅਰ, ਉਹਨਾਂ ਨੇ ਉਹਨਾਂ ਨੂੰ ਸੱਦਿਆ। ਉਸ ਵੇਲੇ ਕਹਿੰਦੇ ਆ ਵੀ ਬਾਬਾ ਜੀ ਦਾ ਲੱਕ ਕੁੱਬਾ ਹੋ ਚੁੱਕਾ ਸੀਗਾ, ਬਾਬਾ ਸੋਹਣ ਸਿੰਘ ਭਕਨਾ ਜੀ ਦਾ। ਉੱਥੇ ਗਏ ਸੀਗੇ ਤੇ ਉਹਨਾਂ ਨੇ ਭਾਸ਼ਣ ਦਿੱਤਾ ਸੀ। ਜਦੋਂ ਕਹਿੰਦੇ ਉਦੋਂ ਬਾਅਦ ਉਹਨਾਂ ਨੇ ਆਪਣੇ ਭਾਸ਼ਣ 'ਚ ਕੁਝ ਗੱਲਾਂ ਕਹੀਆਂ, ਕੁਝ ਪ੍ਰੈਸ ਨੇ ਬਹੁਤ ਜ਼ਿਆਦਾ ਜ਼ੋਰ ਪਾਇਆ। ਕਹਿੰਦੇ ਬਾਬਾ ਸੋਹਣ ਸਿੰਘ ਭਕਨਾ ਬਹੁਤ ਘੱਟ ਬੋਲਦੇ ਸੀ ਕਿਉਂਕਿ ਨਹਿਰੂ ਬਹੁਤ ਕਿਰੜ ਕਰਦਾ ਹੁੰਦਾ ਸੀ ਉਦੋਂ ਦਾ ਪ੍ਰਧਾਨ ਮੰਤਰੀ ਉਹਨਾਂ ਤੇ। ਹੁਣ ਦੇਖ ਲਓ ਕਿ ਕਿਹੋ ਜਿਹਾ ਕਲਿਆਣਕਾਰੀ ਭਾਰਤ ਸਟੇਟ ਸੀਗਾ ਜਿੱਤੇ ਉਦੋਂ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਸੰਘਰਸ਼ ਕੀਤਾ ਹੋਵੇ, ਉਹਨਾਂ ਲਈ ਇੰਨਾ ਜ਼ਿਆਦਾ ਉਹਨਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਹੋਏ ਉਹਨਾਂ ਨੂੰ ਪ੍ਰੈਸ ਨੇ ਇੱਕ ਸਵਾਲ ਕੀਤਾ ਸੀ। ਬਹੁਤ ਜ਼ੋਰ ਦੇਣ ਤੋਂ ਬਾਅਦ ਉਹ ਪ੍ਰੈਸ ਦੇ ਗਾੜੀ ਬੋਲੇ ਵੀ ਬਾਬਾ ਸੋਹਣ ਸਿੰਘ ਭਕਨਾ ਨੂੰ ਵੀ ਜਿਹੜੀ ਆਜ਼ਾਦੀ ਵਾਸਤੇ ਤੁਸੀਂ ਲੜੇ ਸੀਗੇ ਉਹ ਆਜ਼ਾਦੀ ਆ ਗਈ? ਉਹਨਾਂ ਜਵਾਬ ਦਿੱਤਾ ਸੀ ਨਹੀਂ। ਠੀਕ ਆ। ਫਿਰ ਪੱਤਰਕਾਰਾਂ ਨੇ ਉਹਨੂੰ ਪੁੱਛਣਾ ਚਾਹਿਆ, ਬਾਬਾ ਚੁੱਪ ਰਹੇ। ਬਹੁਤ ਜ਼ੋਰ ਦੇਣ ਤੇ ਬਾਬਾ ਸੋਹਣ ਸਿੰਘ ਭਕਨਾ ਬੋਲੇ ਸੀ ਵੀ ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਵਾਂ ਵੀ ਮੈਂ 47 ਤੋਂ ਪਹਿਲਾਂ ਇਸ ਸਾਂਝੇ ਪੰਜਾਬ 'ਚ ਦੇਸ਼ ਦੇ ਵਿੱਚ ਘੁੰਮਦਾ ਰਿਹਾ ਵਾਂ, ਜਾਂਦਾ ਰਿਹਾ ਵਾਂ, ਪਰ ਮੈਂ ਲੋਕਾਂ ਦੇ ਹਾਲਾਤ ਵੇਖੇ ਨੇ। ਜਦੋਂ ਅਸੀਂ 47 ਤੋਂ ਪਹਿਲਾਂ ਕਹਿੰਦਾ ਸੀ ਬਾਬਾ ਸੋਹਣ ਸਿੰਘ ਭਕਨਾ ਜਦੋਂ ਪਿੰਡਾਂ 'ਚ ਜਾਂਦੇ ਸੀਗੇ ਤੇ ਉਦੋਂ ਜਿਹੜੇ ਸ਼ਬਦ ਹੁੰਦੇ ਸੀ ਕੁੱਲੀ ਗੁੱਲੀ ਜੁੱਲੀ, ਵੀ ਰੋਟੀ ਕੱਪੜਾ ਮਕਾਨ, ਜਿਹੜੀਆਂ ਆਮ ਲੋਕਾਂ ਦੀਆਂ ਜ਼ਰੂਰਤਾਂ ਸੀਗੀਆਂ, ਚਾਹੇ ਖੇਤੀ ਸੈਕਟਰ ਹੋਵੇ ਚਾਹੇ ਕੋਈ ਹੋਰ ਕਸਬੇ ਹੋਣ ਸ਼ਹਿਰ ਹੋਣ, ਉਹ ਇਹ ਗੱਲਾਂ ਕਰਦੇ ਹੁੰਦੇ ਸੀ ਵੀ ਸਾਡੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ, ਅਸੀਂ ਮਹਾ ਗੁਜ਼ਾਰਾ ਪਰ ਪਾਉਂਦੇ ਆ। ਤਾਂ ਸੰਘਰਸ਼ ਕਰਨ ਵੇਲੇ ਇਸ ਅੰਗਰੇਜ਼ਾਂ ਦੇ ਖਿਲਾਫ ਲੜਨ ਵੇਲੇ ਇਹ ਮਨ 'ਚ ਸੁਪਨੇ ਸੀ ਵੀ ਜਦੋਂ ਅੰਗਰੇਜ਼ ਚਲੇ ਜਾਣਗੇ ਇਹ ਸਾਡਾ ਇੱਥੇ ਆਪਣੇ ਮੁਲਕ ਵਿੱਚ ਆਪਣਾ ਰਾਜ ਹੋਊਗਾ ਤਾਂ ਜਿਹੜੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਖਤਮ ਹੋ ਜਾਣਗੀਆਂ, ਇੱਥੋਂ ਨਹੀਂ ਰਹਿਣਗੀਆਂ। ਪਰ ਆਂਦਾ ਜਦੋਂ ਮੈਂ ਹੁਣ ਪਿੰਡਾਂ 'ਚੋਂ ਜਾਣਾ, ਜਿਹੜੀਆਂ ਸਮੱਸਿਆਵਾਂ 47 ਤੋਂ ਪਹਿਲਾਂ ਸੀਗੀਆਂ ਲੋਕਾਂ ਨੂੰ, ਉਹ ਸਮੱਸਿਆਵਾਂ ਅੱਜ ਵੀ ਜਿਉਂਦੀਆਂ ਤਿਉਂ ਹੋ ਗਈਆਂ ਨੇ। ਅੱਜ ਕਿਸੇ ਨੂੰ ਪੁੱਛ ਲਈਏ ਵੀ ਤੁਹਾਡਾ ਰੋਟੀ ਪਾਣੀ ਸੌਖਾ ਮਿਲਦਾ, ਉਹ ਕਹਿੰਦਾ ਜੀ ਮਰ ਕੇ ਮਿਲਦਾ। ਅੱਜ ਸਰਕਾਰਾਂ ਦੇ ਆંકੜਿਆਂ ਅਨੁਸਾਰ ਸਾਡੀ ਸਮਝ ਮੁਤਾਬਕ ਤੇ 50% ਲੋਕ ਗਰੀਬੀ ਰੇਖਾ ਤੋਂ ਥੱਲੇ ਆ। ਇਹਨਾਂ ਮੁਤਾਬਕ 33-34 ਕਰੋੜ ਲੋਕ ਨੇ ਤੇ ਥੋੜੇ ਹੁੰਦੇ ਆ। ਕਰੋੜਾਂ ਲੋਕ ਪੁਲਾਂ ਥੱਲੇ ਸੌਂਦੇ ਹੈਗੇ ਆ, ਕਰੋੜਾਂ ਲੋਕ ਸਟੇਸ਼ਨਾਂ ਤੇ ਸੌਂਦੇ ਹੈਗੇ ਆ, ਕਰੋੜਾਂ ਲੋਕ ਧਾਰਮਿਕ ਸਥਾਨਾਂ ਤੇ ਸੌਂਦੇ ਹੈਗੇ, ਨਾ ਘਰ ਆ ਨਾ ਬਾਹਰ ਆ। ਤੋ ਅੱਜ ਵੀ ਕਿਸਾਨਾਂ ਦੀਆਂ ਸਮੱਸਿਆ ਥੋੜੀਆਂ ਮੁੱਕ ਗਈਆਂ। ਅੱਜ ਕਿਸਾਨ ਨੂੰ ਜਾ ਕੇ ਪੁੱਛੋ, ਕਹਿੰਦਾ ਮੈਨੂੰ ਰੇਟ ਨਹੀਂ ਪੂਰਾ ਮਿਲਦਾ ਫਸਲ ਦਾ। ਇਹੀ ਚੀਜ਼ਾਂ 47 ਤੋਂ ਪਹਿਲਾਂ ਸੀ। 47 ਤੋਂ ਪਹਿਲਾਂ ਵੀ ਰੇਟ ਪੂਰਾ ਨਹੀਂ ਸੀ ਮਿਲਦਾ ਹੈਗਾ। ਠੀਕ ਹੈ ਜੀ। ਮਾਮਲੇ ਦੀ ਵੱਡੀ ਮਾਰ ਹੁੰਦੀ ਸੀ, ਹੁਣ ਕਰਜ਼ੇ ਦੀ ਵੱਡੀ ਮਾਰ ਹੈਗੀ ਆ। ਜਾਣੀ ਜਾਂ ਤਾਂ 47 ਤੋਂ ਬਾਅਦ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੀਆਂ ਸਮੱਸਿਆਵਾਂ ਮੁੱਕ ਜਾਂਦੀਆਂ, ਫਿਰ ਅਸੀਂ ਕਹਿੰਦੇ ਵੀ ਵਾਕਿਆ ਹੀ ਆਜ਼ਾਦੀ ਆ ਬਈ, ਆ ਗਈ ਆਜ਼ਾਦੀ ਬਈ। ਉਹ ਜਿਸ ਕਿਸਮ ਦੀਆਂ ਸਮੱਸਿਆ 47 ਤੋਂ ਪਹਿਲਾਂ ਪਿੰਡਾਂ ਵਿੱਚ ਸੀਗੇ ਅਸੀਂ ਜਾਣਦੇ ਸੀ, ਅੱਜ ਵੀ ਬਾਬਾ ਜੀ ਕਹਿੰਦੇ ਸੀ ਵੀ 60 ਵਿੱਚ ਵੀ ਸਮੱਸਿਆ ਉਹੀ ਨੇ। ਬਾਬਾ ਜੀ 60 ਚ ਕਹਿੰਦੇ, ਅੱਜ ਅਸੀਂ ਹੁਣ ਕਹਿੰਦੇ, ਹੁਣ ਵੀ ਸਮੱਸਿਆ ਜੋ ਹੁੰਦੀਆਂ ਤੇ ਉਹਨੇ। ਤਾਂ ਦੇਖੋ
ਆਜ਼ਾਦੀ ਤੁਸੀਂ ਕਹਿੰਦੇ ਕਿਹਨੂੰ? ਆਜ਼ਾਦੀ ਦੇ ਸ਼ਬਦ ਹੁੰਦੇ ਆ ਵੀ ਤੁਸੀਂ ਜਿਹੜੇ ਮਸਲੇ ਦੇ ਵਿੱਚ ਆਤਮ ਨਿਰਭਰ ਹੋ ਜਾਓ, ਜਿਹੜੇ ਮਸਲੇ ਵਿੱਚ ਤੁਹਾਨੂੰ ਸੰਕਟ ਨਾ ਹੋਵੇ, ਵੀ ਸੰਕਟ ਨਹੀਂ ਹੈਗਾ, ਆਜ਼ਾਦ, ਤੁਸੀਂ ਆਜ਼ਾਦੀ ਪਾ ਲਈ ਉਸ ਮੁੱਦਿਆਂ ਤੋਂ। ਸਾਡੇ ਤਾਂ ਹਜ਼ਾਰਾਂ ਕਿਸਮ ਦੇ ਇਸ ਮੁਲਕ 'ਚ ਸੰਕਟ ਨੇ। ਆਰਥਿਕਤਾ ਦਾ ਸੰਕਟ ਸਭ ਤੋਂ ਵੱਡਾ ਸੰਕਟ ਹੈ ਇਸ ਵੇਲੇ। ਇਹ ਸੰਕਟ ਦੂਰ ਨਹੀਂ ਹੋਇਆ ਤੇ ਫਿਰ 47 ਤੋਂ ਬਾਅਦ ਅੰਗਰੇਜ਼ਾਂ ਨੂੰ ਬਾਹਰ ਕੱਢ ਕੇ ਜਿਹੜੇ ਸਾਡੇ ਹਾਕਮ ਨੇ, ਉਹ ਹਾਕਮ ਸਾਨੂੰ ਆਜ਼ਾਦੀ ਵਜੋਂ ਇਹ ਕਹਿੰਦੇ ਨੇ ਵੀ ਭਾਰਤ ਆਜ਼ਾਦ ਆ, ਇੱਥੇ ਆਜ਼ਾਦੀ ਆ। ਅਸੀਂ ਕਹਿੰਦੇ ਠੀਕ ਆ, ਅੰਗਰੇਜ਼ਾਂ ਨੂੰ ਅਸੀਂ ਬਾਹਰ ਕੱਢ ਲਿਆ, ਮੰਨ ਗਏ ਤੁਹਾਡੀ ਗੱਲ, ਪਰ ਇੱਥੇ ਆਰਥਿਕ ਗੁਲਾਮੀ ਤਾਂ ਓਡੀ ਦੀ ਓਡੀ ਆ। ਇਹਨੂੰ ਕਿਵੇਂ ਤੁਸੀਂ ਦੱਸੋਗੇ ਵੀ ਆਰਥਿਕ ਗੁਲਾਮੀ ਕੱਟੀ ਗਈ ਆ? ਤੋ ਅਸਲ ਵਿੱਚ ਆ ਵੀ ਇਹ ਹਾਕਮਾਂ ਦੇ ਸਾਹਮਣੇ ਇਹ ਗੱਲਾਂ ਕਰਨ ਦੀ ਲੋੜ ਆ। ਜਿਹੜੇ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਸ਼ਹੀਦਾਂ ਦੇ ਸੁਪਨੇ ਹਾਲੇ ਪੂਰੇ ਨਹੀਂ ਹੋਏ। ਤੇ ਬਾਬਾ ਸੋਹਣ ਸਿੰਘ ਭਕਨਾ ਕਹਿੰਦਾ ਸੀ ਵੀ ਜਿੰਨੀ ਜੇਲ੍ਹ ਮੈਨੂੰ ਅੰਗਰੇਜ਼ਾਂ ਖਿਲਾਫ ਨਹੀਂ ਕੱਟਣੀ ਪਈ, ਉਨੀ ਕਾਲੇ ਅੰਗਰੇਜ਼ਾਂ ਖਿਲਾਫ ਕੱਟਣੀ ਪਈ ਸੀ। ਉਹਦਾ ਲੱਕ ਕੁੱਬਾ ਕਰਤਾ ਸੀ। ਭਲਾ ਕੀ ਰੌਲਾ ਸੀਗਾ ਵੀ ਉਹਨੂੰ ਜਦੋਂ 47 ਤੋਂ ਬਾਅਦ ਜੇਲ੍ਹ 'ਚ ਕਿਉਂ ਰੱਖਿਆ ਜਾਂਦਾ? ਕੀ ਅਪਰਾਧ ਕੀਤੇ ਸੀ ਉਹਨੇ? ਕਿਉਂਕਿ ਉਹ ਸੱਚ ਬੋਲਦਾ ਸੀ, ਉੱਤੇ ਪਹਿਰਾ ਸੀ ਵੀ ਇਹ ਬੰਦੇ ਨੇ ਜੇ ਲੋਕਾਂ ਸਾਹਮਣੇ ਸਹੀ ਗੱਲਾਂ ਦੱਸ ਦਿੱਤੀਆਂ ਵੀ ਤੁਹਾਡੇ ਨਾਲ ਧੋਖਾ ਹੋਇਆ ਵਾ, ਜਿਹੜੀ ਉਹ ਲੋਕਾਂ ਦੀ ਆਰਥਿਕ ਆਜ਼ਾਦੀ ਵਾਲੀ ਆਜ਼ਾਦੀ ਸੀ, ਜਿਹੜੇ ਲੋਕਾਂ ਨੂੰ ਹੱਕ ਹਕੂਕ ਮਿਲਣੇ ਚਾਹੀਦੇ ਸੀ ਭਾਰਤ ਦੇ ਲੋਕਾਂ ਨੂੰ, ਉਹ ਨਹੀਂ ਮਿਲੇ ਹੈਗੇ। ਤਾਂ ਇਹ ਗੱਲਾਂ ਅੱਜ ਵੀ ਹੈਗੀਆਂ ਵਾ। ਇਸ ਕਰਕੇ ਕਹਿੰਦੇ ਵੀ ਲੋਕ ਬਦਲ ਸਾਰੀਏ। ਹਾਂ, ਅਸੀਂ ਕਹਿੰਦੇ ਆ ਟਾਟਿਆਂ, ਬਿਰਲਿਆਂ, ਅੰਬਾਨੀਆਂ, ਅਡਾਨੀਆਂ, ਬਾਦਲਾਂ, ਬਾਜਵਿਆਂ, ਠੀਕ ਹੈ ਜੀ, ਅਮਰਿੰਦਰਾਂ, ਠੀਕ ਹੈ, ਬਹੁਤ ਸਾਰੇ ਹੋਰ ਆ, ਸਿੰਧੀਆਂ, ਹੋਰ ਬੜੇ ਟੱਬਰ ਨੇ ਇੱਥੇ, ਉਹਨਾਂ ਨੂੰ ਆਜ਼ਾਦੀ ਮਿਲ ਗਈ ਹੋਊਗੀ। ਹਾਕਮਾਂ ਸਾਡਿਆਂ ਦੀ ਆਜ਼ਾਦੀ ਆ, ਠੀਕ ਆ। ਉਹ ਅੱਜ ਜੇ ਉਹਨਾਂ ਦੀ ਆਮਦਨ 20 ਕਰੋੜ ਹੁੰਦੀ ਆ ਤੇ ਅਗਲੀ ਵਾਰੀ ਜਦੋਂ ਕਹਿੰਦੇ ਨੇ 40 ਕਰੋੜ ਹੁੰਦੀ ਆ, 40 ਹੁੰਦੀ ਅੱਗੇ 60 ਹੁੰਦੀ ਆ, 60 ਹੁੰਦੀ ਅੱਗੇ 80 ਹੁੰਦੀ ਆ, 80 ਹੁੰਦੀ ਆ, 1 ਅਰਬ ਹੁੰਦੀ ਆ। ਇਹ ਹੁੰਦੀ ਉਹਨਾਂ ਦੀ ਆਜ਼ਾਦੀ ਤਾਂ ਹੈਗੀ ਹੈ। ਸਾਡੇ ਸਿਰ ਯਾਰ ਕੀ ਕਰਜ਼ਾ ਇੰਨਾ ਹੁੰਦਾ, ਅਗਲੇ ਸਾਲ ਹੋਰ ਵੱਧ ਜਾਂਦਾ। ਤੋ ਇਸ ਕਰਕੇ ਜਿੰਨਾ ਮੁੱਦਿਆਂ ਤੇ ਆਰਥਿਕ ਮੁੱਦੇ ਵਿਸਰ ਰਹੇ ਨੇ, ਕੇਜਰੀਵਾਲ ਦਾ ਬਿਆਨ ਆ ਵੀ ਸਾਡਾ ਜਿਹੜਾ ਲੋਕਾਂ ਵਿੱਚ ਜਾਣਦਾ ਇਹ ਆ, ਅਸੀਂ ਕਹਿੰਦਾ ਸਮਾਜਿਕ ਬਦਲਾਅ ਚਾਹੁੰਦੇ। ਕਿਹੜਾ ਸਮਾਜਿਕ ਬਦਲਾਅ ਬਈ? ਪਤਾ ਲੱਗੇ ਕੋਈ ਝੰਡਾ ਤਾਂ ਦੱਸੋ ਕੋਈ ਸਮਾਜਿਕ ਬਦਲਾਅ ਦਾ। ਇਹ ਸਮਾਜਿਕ ਬਦਲਾਅ ਵੀ ਜਿਹੜਾ 26 ਜਨਵਰੀ ਨੂੰ ਕਾਂਡ ਦੇ ਵਿੱਚ ਭਾਜਪਾ ਜਿਵੇਂ ਪ੍ਰਚਾਰ ਮਾਧਮਾਂ ਦੇ ਵਿੱਚ ਨਫ਼ਰਤ ਫੈਲਾ ਗਈ ਕਿਸਾਨਾਂ ਦੇ ਵਿਰੁੱਧ, ਤੇ ਕੇਜਰੀਵਾਲ ਵੀ ਉੱਥੋਂ ਬਿੱਲੀ ਬੁਸਤਰਾ ਚੁੱਕ ਕੇ ਭੱਜ ਗਿਆ, ਉਹਦੇ ਲੰਗਰ ਨਹੀਂ ਸੀ ਲੱਭੇ ਹੈਗੇ ਸਾਨੂੰ ਦਿੱਲੀ ਦੇ ਵਿੱਚ। ਦਬਾਅ ਚ ਆ ਗਿਆ ਨਾ ਬਹੁਤ ਵੀ ਕਿਤੇ ਵੋਟਾਂ ਨਾ ਟੁੱਟ ਜਾਣ। ਇਹ ਸਮਾਜਿਕ ਬਦਲਾਅ ਹੁੰਦੇ ਆ। ਹੁਣ ਜਿਹੜੀ ਪ੍ਰਧਾਨ ਮੰਤਰੀ ਦੇ ਚੂਕ ਦਾ ਮੁੱਦਾ ਸਾਹਮਣੇ ਆਇਆ, ਕਿਉਂ ਬੋਲੇ? ਉਹ ਭਾਜਪਾ ਦੇ ਨੈਸ਼ਨਲ ਏਜੰਡੇ ਤੇ ਖੜ ਕੇ ਸਮਾਜਿਕ ਬਦਲਾਅ ਹੋ ਜਾਣੇ। ਕੇਜਰੀਵਾਲ ਜੀ, ਕੋਈ ਸਮਾਜਿਕ ਬਦਲਾਅ ਦੇ ਕੋਈ ਦਿਸ਼ਾ ਤੇ ਦਿਓ, ਕੀ ਆ ਤੁਹਾਡੀ? ਸਮਾਜਿਕ ਬਦਲਾਅ ਕਿਵੇਂ ਕਰੋਗੇ ਤੁਸੀਂ? ਤਾਂ ਇਸ ਕਰਕੇ ਆ ਵੀ ਹੁਣ ਸਾਨੂੰ ਚਾਹੀਦਾ ਵੀ ਕਿਵੇਂ ਸਮਾਜਿਕ ਬਦਲਾਅ। ਸਮਾਜਿਕ ਬਦਲਾਅ ਤੇ ਵੱਡੀ ਚੀਜ਼ ਹੁੰਦੀ ਆ। ਤੁਸੀਂ ਤਾਂ ਆਰਥਿਕ ਬਦਲਾਅ ਨਹੀਂ ਕਰ ਸਕੇ। ਦਿੱਲੀ ਦੇ ਵਿੱਚ ਜਿੱਥੇ ਅਸੀਂ ਧਰਨਾ ਮੁਜ਼ਾਹਰਾ ਕਰਦੇ ਸੀ, ਕਿੰਨੇ ਗਰੀਬ ਲੋਕ ਸੀਗੇ ਭਰਾਓ, ਜਿਹੜੇ ਸਾਡੇ ਲੰਗਰਾਂ 'ਚ ਉੱਥੇ ਆ ਕੇ ਪ੍ਰਸ਼ਾਦਾ ਛਕਦੇ ਸੀਗੇ, ਧਾਰਮਿਕ ਲੰਗਰਾਂ 'ਚੋਂ ਆ ਕੇ ਪ੍ਰਸ਼ਾਦਾ ਛਕਦੇ। ਚਲੋ ਕੋਈ ਵੱਡੀ ਗੱਲ ਨਹੀਂ ਹੈਗੀ। ਜੇ ਦਿੱਲੀ 'ਚ ਆਰਥਿਕ ਬਦਲ ਕੋਈ ਚੰਗਾ ਦਿੱਤਾ ਹੁੰਦਾ ਤਾਂ ਦਿੱਲੀ ਦੇ ਲੋਕਾਂ ਦੀ ਗਰੀਬੀ ਕਿਉਂ ਨਾ ਮੁੱਕ ਜਾਂਦੀ। ਹਾਂ, ਅਸੀਂ ਨਹੀਂ ਕਹਿੰਦੇ ਮੁਕਾਬਲੇ ਦੂਜੀਆਂ ਸਰਕਾਰਾਂ ਨੂੰ ਤੁਸੀਂ 19-21 ਦੇ ਫਰਕ ਨਾਲ ਵਧੀਆ ਕੰਮ ਕੀਤਾ ਹੋ, ਠੀਕ ਆ, ਮੰਨਦੇ। ਤੋ ਇਸ ਕਰਕੇ ਨਾ ਕੋਈ ਸਮਾਜਿਕ ਬਦਲਾਅ ਦਾ ਸਾਡੇ ਸਿਆਸਤਦਾਨਾਂ ਕੋਲ ਏਜੰਡਾ ਵਾ, ਠੀਕ ਆ, ਨਾ ਕੋਈ ਇੱਥੇ ਰਾਜਨੀਤਿਕ ਜਿਸ ਕਿਸਮ ਦਾ ਸੈਟਅਪ ਚੱਲ ਰਿਹਾ ਵਾ, ਮਾਫੀਆ, ਉਹਦੇ 'ਚ ਬਦਲਾਅ ਦਾ ਕੋਈ ਏਜੰਡਾ ਹੈਗਾ। ਨਾ ਕਿਸਾਨਾਂ ਦੇ, ਮਜ਼ਦੂਰਾਂ ਦੇ, ਨਾ ਆਮ ਲੋਕਾਂ ਦੇ ਮੁੱਦਿਆਂ ਤੇ ਕੋਈ ਬਹੁਤੀ ਚੰਗੀ ਇਹਨਾਂ ਦੀ ਪਕੜ ਹੈਗੀ। ਕੁਝ ਵੀ ਨਹੀਂ ਹੈਗਾ। ਪੁੱਛੋ ਤਾਂ ਸਹੀ। ਤੁਸੀਂ ਦੇਖੋ ਰਸ਼ੀਆ ਜਿੱਥੇ ਕਿ ਇਨਕਲਾਬ ਆਇਆ 1991 ਦੇ ਵਿੱਚ, ਕਜ਼ਾਕਿਸਤਾਨ ਉਤੋਂ ਅੱਡ ਹੋ ਗਿਆ। ਕਜ਼ਾਕਿਸਤਾਨ ਦੇ ਵਿੱਚ ਮਹਿੰਗਾਈ ਨੂੰ ਲੈ ਕੇ ਜਿਹੜਾ ਬਹੁਤ ਵੱਡੇ ਉੱਥੇ ਸੰਘਰਸ਼ ਚੱਲਿਆ ਮਹਿੰਗਾਈ ਨੂੰ। ਕਜ਼ਾਕਿਸਤਾਨ ਰਸ਼ੀਆ ਦੇ ਨੇੜੇ, ਉੱਥੇ 164 ਬੰਦੇ ਮਾਰੇ ਗਏ। ਕਾਰਪੋਰੇਟ ਜਿਵੇਂ ਪੂਰੀ ਦੁਨੀਆ ਨੂੰ ਲੁੱਟ ਰਿਹਾ, ਕੱਲਾ ਹਿੰਦੁਸਤਾਨ 'ਚ ਨਹੀਂ ਰੌਲਾ ਹੈਗਾ, ਪੂਰੀ ਦੁਨੀਆ 'ਚ ਰੌਲਾ। ਔਰ ਉੱਥੇ ਕੁਦਰਤੀ ਗੈਸ ਤੇਲ ਦੇ ਬਹੁਤ ਸਾਰੇ ਭੰਡਾਰ ਆ, ਔਰ ਉੱਥੇ ਕੋਈ ਗਲਬਾ ਕਰ ਰਿਹਾ ਕਾਰਪੋਰੇਟ। ਔਰ ਉੱਥੇ ਜਦੋਂ ਇਹਨਾਂ ਚੀਜ਼ਾਂ ਦੀ ਮਹਿੰਗਾਈ ਹੋਈ ਆ ਤਾਂ ਲੋਕ ਵਗ ਗਏ ਹੋਏ, ਤੇ 164 ਬੰਦੇ ਪੁਲਿਸ ਤੇ ਪੈਰਾਮਿਲਟਰੀ ਫੋਰਸ ਦੇ ਜਿਹੜੇ ਝੜਫਾਂ ਕਰਦੇ ਹੋਏ
ਮਾਰੇ ਗਏ ਆ, ਬਹੁਤ ਸਾਰੇ ਦਫ਼ਤਰਾਂ ਤੇ ਉੱਥੋਂ ਦੇ ਲੋਕਾਂ ਨੇ ਕਬਜ਼ੇ ਲੈ ਲਏ ਸਰਕਾਰਾਂ ਦੇ। ਤਾਂ ਕੱਲਾ ਸਾਡਾ ਸੰਕਟ ਨਹੀਂ ਹੈਗਾ, ਇਹ ਭਾਰਤ ਦਾ ਸੰਕਟ, ਇਹ ਦੁਨੀਆ ਦਾ ਸੰਕਟ ਆ। ਜਿਹੜੇ ਕਾਰਪੋਰੇਟ ਨੀਤੀਆਂ ਲੈ ਕੇ ਆ ਰਹੇ ਆ, ਉਹ ਨੀਤੀਆਂ ਭਾਰਤ ਦੇ ਹਾਕਮ ਪੰਜਾਬੀ ਜਿਹੜੇ ਵੀ ਇੱਥੇ ਪੋਲੀਟੀਕਲ ਪਾਰਟੀਆਂ ਨੇ ਉਹ ਪੂਰੀ ਤਰ੍ਹਾਂ ਲਾਗੂ ਕਰ ਰਹੀਆਂ ਨੇ, ਉਹਨਾਂ ਦਾ ਕੋਈ ਫਰਕ ਨਹੀਂ ਹੈਗਾ। ਤਾਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਸ ਵੇਲੇ ਲੋਕਾਂ ਦਾ ਬਦਲ ਉਸਾਰਨਾ ਚਾਹੀਦਾ। ਕਿਸਾਨਾਂ ਮਜ਼ਦੂਰਾਂ ਲਈ ਬਦਲ ਕੀ ਹੋਵੇ, ਰਾਜ ਦਾ ਬਦਲ ਕੀ ਹੋਵੇ, ਉਹਦੀ ਗੱਲ, ਉਹ ਏਜੰਡਾ ਸਾਡਾ ਜਾਵੇ। ਇਸ ਏਜੰਡੇ ਤੇ ਜੇ ਅਸੀਂ ਮਜਬੂਰ ਕਰ ਦਈਏ ਸਰਕਾਰਾਂ ਨੂੰ ਤਾਂ ਉਹ ਇਸ ਏਜੰਡੇ ਤੇ ਆਉਣ, ਇਸ ਏਜੰਡੇ ਤੇ ਉਹ ਮੁੱਦੇ ਚੱਕ ਕੇ। ਕਿਸੇ ਕੋਲ ਕੋਈ ਏਜੰਡਾ ਨਹੀਂ ਹੈਗਾ। ਕੋਈ ਕਹਿੰਦਾ 20 ਦਊਂਗਾ, 40 ਆਂਦਾ ਦੇ ਦੂੰਗਾ, 60 ਦਊਂਗਾ, 80 ਰੁਪਏ ਦੇ ਦੂੰ। ਇਹਦੇ ਨਾਲ ਕੁਝ ਨਹੀਂ ਹੋ ਜਾਣਾ। ਇਹ ਲੋਕ ਲਭਾਉਣੇ ਨਾਰਿਆਂ ਨਾਲ ਦੇਸ਼ ਦਾ ਕੁਝ ਵੀ ਸੌਰਨ ਵਾਲਾ ਨਹੀਂ ਹੈਗਾ। ਤੁਹਾਡੇ ਨਾਲ ਪਹਿਲਾਂ ਵੀ ਵਿਚਾਰਾਂ ਕਰਦਿਆਂ ਮੈਂ ਕਿਹਾ ਵੀ ਕੋਈ ਬੰਦਾ ਭਾਰਤ ਦੀ ਆਈਪੀਸੀ ਤੇ ਨਹੀਂ ਬੋਲਦਾ ਹੈਗਾ। ਇੰਡੀਅਨ ਪੀਨਲ ਕੋਡ ਵੀ ਜਿਹੜੀ ਸਾਡੀ ਪੁਲਿਸ ਦੀ ਵਿਵਸਥਾ ਵਾ, ਉਸ ਵਿਵਸਥਾ ਤੇ ਕੋਈ ਨਹੀਂ ਬੋਲਦਾ ਹੈਗਾ। ਇਹ 47 ਤੋਂ ਪਹਿਲੋਂ ਦੇ ਅੰਗਰੇਜ਼ਾਂ ਨੇ ਲਿਆਂਦੇ ਕਾਨੂੰਨ ਸੀਗੇ, ਜਿਹੜੇ 1861 ਦੇ ਵਿੱਚ ਇੰਡੀਅਨ ਪੀਨਲ ਕੋਡ ਲਿਆਂਦਾ, ਅੰਗਰੇਜ਼ਾਂ ਨੇ ਲਿਆਂਦਾ। ਅਜੇ ਵੀ ਉਹੀ ਕੋਡ, ਅਜੇ ਵੀ ਉਹੀ ਆ। ਇਹ ਕਹਿੰਦੇ ਆਜ਼ਾਦੀ ਮਿਲ ਗਈ, ਇਹਨੂੰ ਬਦਲਿਆ ਕਿਉਂ ਨਹੀਂ ਗਿਆ? ਜਦ ਕਿ ਸਾਰੇ ਯੂਰਪ ਨੇ, ਅਮਰੀਕਾ ਨੇ, ਇੰਗਲੈਂਡ ਨੇ ਆਪਣੇ ਕਾਨੂੰਨ ਬਦਲ ਲਏ। ਆਪਣੇ ਕਾਨੂੰਨ ਉਹਨਾਂ ਨੇ ਲੋਕ ਪੱਖੀ, ਲੋਕਾਂ ਲਈ ਬਦਲ ਲਏ। ਉਹ ਡੰਡੇ ਨਾਲ ਲੋਕਾਂ ਨੂੰ ਕੁੱਟਣ ਤੇ ਵਿਸ਼ਵਾਸ ਹੀ ਨਹੀਂ ਰੱਖਦੇ ਹੈਗੇ ਵੀ ਡਾਂਗ ਦੇ ਜ਼ੋਰ ਨਾਲ ਲੋਕਾਂ ਦੇ ਰਾਜ ਕਰਨਾ। ਤਾਂ ਜਦੋਂ ਤੁਸੀਂ ਕਿਤੇ ਭਗਵੰਤ ਮਾਨ ਵੱਧ ਡਿਬੇਟਾਂ ਤੇ ਵਿਸ਼ਵਾਸ ਰੱਖਦਾ ਨੇ, ਮੀਡੀਆ 'ਚ ਬੋਲਦਾ, ਉਹਨੂੰ ਪੁੱਛੋ ਵੀ ਇੰਡੀਅਨ ਪੀਨਲ ਕੋਡ ਤੇ ਉਹਦੇ ਵਿਚਾਰ ਕੀ ਆ। ਕੇਜਰੀਵਾਲ ਜੀ ਦੱਸਣ ਇੰਡੀਅਨ ਪੀਨਲ ਕੋਡ ਤੇ ਉਹਨਾਂ ਦੇ ਵਿਚਾਰ ਕੀ ਆ। ਖੈਰ ਅਕਾਲੀ ਦਲ ਨੇ ਤਾਂ ਦੱਸਣੇ ਨਹੀਂ, ਉਹ ਤਾਂ ਪਿਛਲੇ, ਉਹਨਾਂ ਕੋਲੇ ਤੇ ਇਹਨਾਂ ਗੱਲਾਂ ਦਾ ਮਤਲਬ ਹੀ ਕੋਈ ਨਹੀਂ ਹੁੰਦੇ। ਬਹੁਤ ਵਧੀਆ ਵਿਵਸਥਾ ਵਾ, ਕਾਂਗਰਸ ਕਿਉਂ ਦੱਸੂਗੀ? ਜਿਹੜੇ ਇਹਨਾਂ ਦੇ ਹਮਾਇਤੀ ਆ, ਨਾ ਕਾਂਗਰਸੀ ਦੱਸਣਗੇ, ਨਾ ਅਕਾਲੀ ਦੱਸਣਗੇ, ਭਾਜਪਾ ਵਾਲੇ ਵੀ ਕਿਉਂ ਦੱਸਣਗੇ? ਤਾਂ ਇਹ ਰਵਾਇਤੀ ਪਾਰਟੀਆਂ ਦੱਸਣ। ਜਿਹੜੇ ਆਪਣੇ ਆਪ ਨੂੰ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਨੇ, ਉਹਨਾਂ ਕੋਲੋਂ ਵੀ ਇਹਨਾਂ ਚੀਜ਼ਾਂ ਤੇ ਬੋਲਣ ਨੂੰ ਨਹੀਂ ਹੈਗਾ। ਭਾਵੇਂ ਪੰਜਾਬ ਦੀ ਅਸੈਂਬਲੀ ਕੋਲੇ ਇਹ ਅਧਿਕਾਰ ਨਹੀਂ ਹੈਗੇ ਵੀ ਉਹ ਬੋਲਣ, ਪਰ ਉਹਨਾਂ ਨੂੰ ਮੁੱਦੇ ਤਾਂ ਚੁੱਕਣੇ ਚਾਹੀਦੇ ਆ। ਅੱਜ ਕਰਪਸ਼ਨ ਦਾ ਮੁੱਦਾ ਵੀ ਗਾਇਬ ਆ, ਠੀਕ ਹੈ। ਉਹ ਲੋਕਪਾਲ ਬਿੱਲ ਕਿੱਥੇ ਗਏ? ਅੱਜ ਕਰਪਸ਼ਨ ਦਾ ਮੁੱਦਾ ਵੀ ਗਾਇਬ ਹੈਗਾ ਵਾ। ਚਾਹੀਦਾ ਵਾ ਇਹ ਹੁਣ ਨਾ ਉੱਠਿਆ ਤੇ ਕਦੋਂ ਉੱਠੂਗਾ? ਲਿਆਓ ਤੁਸੀਂ ਲੋਕਾਂ ਦੀ ਜਾਨ ਮਾਲ ਦੀ। ਪੁਲਿਸ ਨੇ ਵੀਆਈਪੀ ਲੋਕਾਂ ਦੀ ਰਾਖੀ ਕਰਨੀ ਹੈ ਕਿ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਵੀ ਕਰਨੀ ਹੈ। ਪੰਜਾਬ ਪੁਲਿਸ ਕਿਸੇ ਪ੍ਰਤੀ ਜਵਾਬਦੇਹ ਵੀ ਹੋਵੇ, ਵੀ ਜਵਾਬਦੇਹ ਨਹੀਂ ਇਕੱਲੇ ਐਮਐਲਏ ਐਮਪੀ ਦੇ ਪ੍ਰਤੀ ਉਹਨਾਂ ਦੀ ਜਵਾਬਦੇਹੀ ਹੋਵੇ। ਉਹ ਇਹਦੇ ਲਈ ਪੁਲਿਸ ਨੂੰ ਕਸੂਰਵਾਰ ਨਹੀਂ ਮੰਨਦੇ ਅਸੀਂ। ਜਿਹੜੀ ਵਿਵਸਥਾ ਵਾ ਉਹ ਕਸੂਰਵਾਰ ਆ। ਜਿਹੜਾ ਇੰਡੀਅਨ ਪੀਨਲ ਕੋਡ ਆ, ਜਿਹੜਾ ਕਾਨੂੰਨ ਆ, ਉਹ ਇਹਦੇ ਲਈ ਜ਼ਿੰਮੇਵਾਰ ਹੈਗਾ। ਕਿਉਂਕਿ ਕਾਨੂੰਨ ਦੇ ਵਿੱਚ ਪ੍ਰੋਵੀਜ਼ਨਾਂ ਹੀ ਇਹੋ ਜਿਹੀਆਂ ਵੀ ਤੁਸੀਂ ਵੀਆਈਪੀ ਦੀ ਰਾਖੀ ਕਰਨੀ ਹੈ। ਵੀਆਈਪੀ ਦੀ, ਵੈਰੀ ਇੰਪੋਰਟੈਂਟ ਪਰਸਨ। ਆਮ ਲੋਕਾਂ ਦੀ ਰਾਖੀ ਨਹੀਂ ਕਰਨੀ ਹੈਗੀ, ਉਹ ਜਵਾਬਦੇਹ ਨਹੀਂ ਹੈ ਆਮ ਲੋਕਾਂ ਪ੍ਰਤੀ। ਉਹ ਅੰਗਰੇਜ਼ਾਂ ਨੇ ਇਸ ਕਰਕੇ ਐਕਟ ਲਿਆਂਦਾ ਸੀਗਾ ਵੀ ਭਾਰਤੀਆਂ ਨੂੰ ਕੁੱਟਣਾ ਵਾ, ਮਾਰਨਾ ਵਾ, ਗੁਲਾਮਾਂ ਵਾਸਤੇ ਐਕਟ ਆਇਆ ਸੀ ਵੀ ਗੁਲਾਮ ਬੰਦੇ ਨੂੰ ਕਿੱਦਾਂ ਕਾਬੂ ਰੱਖੀਦਾ। ਉਹੀ ਗੁਲਾਮਾਂ ਨੂੰ ਕਾਬੂ ਕਰਨ ਵਾਲਾ ਐਕਟ ਅਜੇ ਵੀ ਭਾਰਤ 'ਚ ਆ। ਤਾਂ ਭਾਈ ਤੁਸੀਂ ਕਿਹੜੇ ਕਹਿੰਦੇ ਲੋਕਾਂ ਦੇ ਏਜੰਡਿਆਂ ਤੇ ਚੋਣਾਂ ਹੋ ਜਾਣੀਆਂ? ਨਹੀਂ ਹੋਣਗੀਆਂ ਲੋਕਾਂ ਦੇ ਏਜੰਡਿਆਂ ਤੇ। ਕੋਈ ਵੀ ਨਹੀਂ ਬੋਲਦਾ ਹੈਗਾ। ਆ ਸਾਡੇ ਭਰਾਵਾਂ ਨੇ ਵੀ ਇੱਕ ਕਮੇਟੀ ਬਣਾਈ ਆ, ਦੇਖਦੇ ਆ ਉਹ ਕੀ ਰਿਪੋਰਟ ਕੱਢ ਕੇ ਲੈ ਕੇ ਆਉਂਦੀ ਆ। ਤਾਂ ਕੋਈ ਇਹਨਾਂ ਮੁੱਦਿਆਂ ਤੇ ਜਿੰਨਾ ਚਿਰ ਭਰਾਓ ਚੋਣ ਹੀ ਨਹੀਂ ਹੁੰਦੀ, ਇਲੈਕਸ਼ਨ ਹੀ ਨਹੀਂ ਹੁੰਦੀ, ਤੁਸੀਂ ਕਿਵੇਂ ਕਹੋਗੇ ਵੀ ਇੱਥੇ ਕੋਈ ਬਦਲ ਉਸਰ ਜੂਗਾ? ਤਾਂ ਇਹਦੇ ਲਈ ਸੰਘਰਸ਼ ਦਾ ਰਾਹ, ਇਹਦੇ ਲਈ ਲੋਕਾਂ ਦੇ ਮੁੱਦਿਆਂ ਨੂੰ ਉਭਾਰਨ ਦਾ ਰਾਹ ਵੀ ਹਾਕਮਾਂ ਨੂੰ ਮਜਬੂਰ ਕਰੀਏ ਇਹਨਾਂ ਮੁੱਦਿਆਂ ਤੇ। ਐਜੂਕੇਸ਼ਨ ਐਕਟ ਵੀ ਅੰਗਰੇਜ਼ਾਂ ਵਾਲਾ ਅਜੇ ਤੱਕ ਤੁਰਿਆ ਫਿਰਦਾ। ਤੁਸੀਂ ਸਿਹਤ ਸਹੂਲਤਾਂ ਵਾਲੇ ਮਸਲੇ ਤੇ ਬੋਲ ਕੇ ਦੇਖ ਲਓ। ਇਹ ਹੈਗੇ ਨੇ ਮੁੱਦੇ ਯਾਰ ਕੀ? ਦੱਸੋ ਸਿਹਤ ਸਹੂਲਤਾਂ ਤੇ ਕਿਹਦੇ ਕੋਲ ਏਜੰਡਾ ਵਾ? ਆਪ ਕੋਲ ਏਜੰਡਾ ਵਾ ਸਿਹਤ ਸਹੂਲਤਾਂ ਤੇ। ਦੱਸਣ ਉਹ ਮਹੱਲਾ ਕਲੀਨਿਕ ਤੋਂ ਗਾਂ ਜਾ ਹੀ ਨਹੀਂ ਰਹੇ। ਮਹੱਲਾ ਕਲੀਨਿਕ ਤੋਂ ਗਾਂ ਵੀ ਜਾਣ, ਇਹ ਤੋਂ ਗਾਂ ਵੀ ਇਹਦੇ ਵਿੱਚ ਸਿਹਤ ਸਹੂਲਤਾਂ ਵਾਲੇ ਏਜੰਡੇ ਨੂੰ ਉਹ ਸਮਝਦੇ ਕੀ ਆ? ਜਾਂ ਹੋਰ ਕੋ ਪਾਰਟੀਆਂ? ਐਜੂਕੇਸ਼ਨ ਦਾ ਏਜੰਡਾ ਕਿਹਦੇ ਕੋਲੇ ਆ? ਜਿਹੜੀ ਕੁੜੀਆਂ ਦੀ ਪੜ੍ਹਾਈ ਫਰੀ, ਠੀਕ ਹੈ ਜੀ, ਪੀਐਚਡੀ ਤੱਕ ਫਰੀ। ਇਹ ਸਹੀ ਦਿਸ਼ਾ ਹੀ ਨਹੀਂ ਕਹਿੰਦੇ ਨਾ ਕਿ ਕੋਈ ਜਿਹੜੀ ਐਜੂਕੇਸ਼ਨ ਖੇਤਰ ਆ ਕੀ ਆ, ਇਹਦੇ ਸਬਜੈਕਟ ਤੇ ਇਹਦਾ ਜਿਹੜਾ ਅੱਜ ਤੱਕ ਜਿਹੜਾ ਉਹ ਸਿਲੇਬਸ ਹੈ ਉੱਤੇ ਤਾਂ ਕੋਈ ਚਰਚਾ ਹੀ ਨਹੀਂ ਕਰਦਾ ਹੈਗਾ ਵੀ ਉਹ ਲੋਕ ਪੱਖੀ ਲੋਕਾਂ ਦੇ ਹਾਨ ਦਾ ਵੀ ਹੈ ਕਿ ਨਹੀਂ ਹੈ, ਉਹਦੇ ਤੇ ਕੋਈ ਚਰਚਾ ਕਰ ਲੇ। ਤਾਂ ਐਜੂਕੇਸ਼ਨ ਲੋਕਾਂ ਦਾ ਮੁੱਢਲਾ ਮੌਲਿਕ ਅਧਿਕਾਰ ਹੈ, ਇਹਦੇ ਤੇ ਕੌਣ ਬੋਲਦਾ? ਨਹੀਂ ਬੋਲਦੇ ਹੈਗੇ ਲੋਕ। ਹਾਂ ਅਸੀਂ ਇੰਨਾ ਜੀ ਇੰਨਾ ਕਰ ਦਾਂਗੇ, ਇੰਨਾ ਬਜਟ ਇੰਨਾ ਕਰ ਦਾਂਗੇ। ਕੋਈ ਨੀਤੀ ਪਾਲਿਸੀ ਤਾਂ ਹੋਵੇ ਕਿਸੇ ਦੀ ਵੀ ਆ ਸਿੱਖਿਆ ਦਾ ਸਾਡਾ ਆ ਸਾਡੇ ਕੋਲ ਪਾਲਿਸੀ ਆ, ਸਿੱਖਿਆ ਤੇ ਆ ਅਸੀਂ ਕਰਾਂਗੇ। ਬਸ ਆ ਜਾਣੇ ਆ ਆਪਣੇ ਚੋਣ ਮੈਨੀਫੈਸਟੋ, ਉਹਦੇ ਚੋਂ ਆਹ ਦੇਣ ਡਿਆ, ਕਹਿੰਦਾ ਅਸੀਂ ਆਹ ਦਾਂਗੇ।
ਉਹ ਕਹਿੰਦੇ ਆਹ ਦਾਂਗੇ, ਅਸੀਂ ਕਹਿੰਦੇ ਆਹ ਦਾਂਗੇ। ਇਹੀ ਸਿਹਤ ਖੇਤਰ ਵਿੱਚ ਆ ਕਰੋਨਾ ਵਾਰੀਅਰਸ ਡਾਂਗਾ ਖਾਣ ਡੇ ਆ, ਸਿਹਤ ਦੇ ਕੱਚੇ ਖਾਮੇ ਡਾਂਗਾ ਖਾਣ ਡੇ ਆ। ਇਹ ਕਿਹੜੇ ਇਹ ਮੁਲਕ ਦੇ ਵਿੱਚ ਤਾਂ ਕੋਈ ਮੁੱਦਾ ਤੁਸੀਂ ਚੱਕੋ, ਇਹ ਤੋਂ ਸਭ ਤੋਂ ਵੱਡਾ ਜਦੋਂ ਭਾਰਤ ਬਣਿਆ ਤੇ ਤੁਸੀਂ ਭਾਰਤ ਦਾ ਸੰਵਿਧਾਨ ਵੇਖੋ, ਕਹਿੰਦੇ ਭਾਰਤ ਇੱਕ ਰਾਜਾਂ ਦਾ ਸਮੂਹ ਆ ਤੇ ਕੋਈ ਵੀ ਪਾਰਟੀ ਭਾਰਤ ਨੂੰ ਫੈਡਰਲ ਢਾਂਚੇ ਵਿੱਚ ਕਨਵਰਟ ਕੀਤਾ ਜਾਵੇ, ਉਹਦੇ ਤੇ ਕੋਈ ਸਿਆਸਤ ਦੇ ਵਿੱਚ ਮੁੱਦਾ ਹੀ ਨਹੀਂ ਹੈਗਾ। ਆ ਨਾ ਨਵਜੋਤ ਸਿੰਘ ਸਿੱਧੂ ਵਰਗੇ ਬੋਲਦੇ ਨੇ, ਬੜ ਕਹਿੰਦੇ ਸੀ ਮਾਹਰ ਆ ਵੀ ਭਾਰਤ ਇੱਕ ਫੈਡਰਲ ਢਾਂਚਾ ਹੋਵੇ, ਫੈਡਰਲ ਮੁਲਕ ਹੋਵੇ, ਦੇਸ਼ ਹੋਵੇ, ਜਿਵੇਂ ਯੂਨਾਈਟਿਡ ਸਟੇਟ ਆਫ ਅਮਰੀਕਾ ਵਾ, ਠੀਕ ਹੈ, ਯੂਨਾਈਟਿਡ ਸਟੇਟ ਆਫ ਅਮਰੀਕਾ ਵੀ ਇਕੱਠਾ ਰਾਜਾਂ ਦਾ ਸਮੂਹ ਅਮਰੀਕਾ। ਤੇ ਭਾਰਤ ਕਿਉਂ ਨਹੀਂ ਬਣ ਸਕਦਾ ਬਈ? ਯੂਨਾਈਟਿਡ ਸਟੇਟ ਆਫ ਇੰਡੀਆ ਕਿਉਂ ਨਹੀਂ ਬਣਾਇਆ ਜਾ ਸਕਦਾ? ਇਹਦੇ ਸੰਵਿਧਾਨ ਵਿੱਚ ਲਿਖਿਆ ਵਾ ਵੀ ਭਾਰਤ ਰਾਜਾਂ ਦਾ ਸਮੂਹ ਆ, ਰਾਜਾਂ ਦਾ। ਔਰ ਹੁਣ ਇੱਥੇ ਜਿਵੇਂ ਕੇਂਦਰੀਵਾਦ, ਕੇਂਦਰ ਦੀਆਂ ਸ਼ਕਤੀਆਂ, ਜਿਵੇਂ ਕੇਂਦਰ ਕੋ ਜਿੰਨੀਆਂ ਸ਼ਕਤੀਆਂ ਨੇ, ਵੀ ਭਾਰਤ ਵਿੱਚ ਵੀ ਇੱਕ ਫੈਡਰਲ ਢਾਂਚਾ ਹੋਵੇ, ਜਿਹੜੇ ਵੀ ਸੂਬੇ ਨੇ, ਪੰਜਾਬ ਦੀ ਨਾ ਕੱਲੀ ਗੱਲ ਵੀ ਪੰਜਾਬ ਸੂਬੇ ਨੂੰ ਵੱਧ ਅਧਿਕਾਰ, ਜਿੰਨੇ ਵੀ ਭਾਰਤ ਦੇ ਸੂਬੇ ਨੇ ਉਹਨਾਂ ਸੂਬਿਆਂ ਨੂੰ ਵੱਧ ਅਧਿਕਾਰ ਮਿਲ, ਠੀਕ ਹੈ ਜੀ। ਉਹ ਆਪਦੇ ਹਿਸਾਬ ਨਾਲ, ਆਪਦੀ ਭੂਗੋਲਿਕ ਖੇਤਰ ਦੇ ਹਿਸਾਬ ਨਾਲ ਆਪਣੇ ਆਪ ਨੂੰ ਵਿਕਾਸ ਕਰ ਸਕਣ। ਹਾਂ, ਇਹਦੇ ਤੇ ਕਿਸੇ ਕਮਿਊਨਿਸਟ ਧਿਰਾਂ ਨੂੰ ਇਤਰਾਜ਼ ਆ, ਉਹ ਕੇਂਦਰੀਵਾਦ ਨੂੰ, ਚਲੋ ਇਹ ਵਿਚਾਰਾਂ ਦਾ ਵਖਰੇਵਾ ਹੋਣਾ ਚਾਹੀਦਾ, ਕੋਈ ਵੱਡੀ ਗੱਲ ਨਹੀਂ ਹੈ, ਪਰ ਇਹ ਮੁੱਦਾ ਵੀ ਕਿਤੇ ਨਹੀਂ ਹੈਗਾ ਫੈਡਰਲ ਢਾਂਚੇ ਦਾ। ਤੁਸੀਂ ਦੇਖ ਲਓ ਹੁਣ ਤਾਂ ਮਸਲਾ ਹੈਗਾ, ਜਿਹੜੇ ਮੁੱਦੇ ਉੱਭਰ ਗਏ ਆ ਵੀ ਪੀਪੀਏ ਕਾਂਗਰਸ ਨੇ ਕਰਜ਼ਾ ਮਾਫ ਨਹੀਂ ਕੀਤਾ, ਅਸੀਂ ਕਰ ਦਾਂਗੇ, ਠੀਕ ਆ। ਕਾਂਗਰਸ ਵਾਅਦਾ ਕਰਕੇ ਆਈ ਸੀ ਨੌਜਵਾਨ ਰੁਜ਼ਗਾਰ ਦੇਣਾ, ਇਹਨੇ ਦਿੱਤੇ ਨਹੀਂ, ਅਸੀਂ ਦੇ ਦਾਂਗੇ, ਅਸੀਂ ਦੇ ਦਾਂਗੇ। ਆ ਉਹਨਾਂ ਨੇ ਕੀਤਾ, ਅਸੀਂ ਗਾਹਾਂ ਕਰ ਦਾਂਗੇ, ਇਲੈਕਸ਼ਨ ਜਿਤਾ ਦਿਓ। ਮੁੜ ਕੇ ਕੌਣ ਕਰਦਾ ਤੇ ਕੌਣ ਨਹੀਂ ਕਰਦਾ, ਇਹ ਇਸ਼ੂ ਹੀ ਨਹੀਂ ਹੈਗਾ। ਤੋ ਇਸ ਕਰਕੇ ਬਹੁਤ ਜ਼ਰੂਰੀ ਆ ਵੀ ਤੁਸੀਂ ਇਹਨਾਂ ਮੁੱਦਿਆਂ ਤੇ ਅਸੀਂ ਇਹ ਤੋਂ ਗਾਹਾਂ ਦੇਖੋ। ਜੇ ਪੰਜਾਬ ਦੇ ਨੌਜਵਾਨ, ਪੰਜਾਬ ਦੇ ਕਿਸਾਨ, ਮਜ਼ਦੂਰ, ਸ਼ਹਿਰੀ ਲੋਕ ਇਹਨਾਂ ਦੇ ਗਲਾਵੇ ਚ ਆ ਗਏ, ਇਹ ਇਹਨਾਂ ਦੀ ਰਾਜਨੀਤੀ ਵਿੱਚ ਉਲਝ ਗਏ, ਠੀਕ ਹੈ। ਕੋਈ ਪੋਸਟਰ ਲਾਉਣ ਡੈ ਪਿਆ, ਕੋਈ ਝੰਡੇ ਇਹਨਾਂ ਦੇ ਲਾਉਣ ਡੈ ਪਿਆ, ਕੋਈ ਇਹਨਾਂ ਦੇ ਗੱਡੀਆਂ ਦੇ ਮਗਰ ਭੱਜਣ ਡੈ ਪਿਆ, ਕੋਈ ਆਪਣੇ ਭਰਾਵਾਂ ਨੂੰ ਵੇਖਣਗੇ ਗਰੀਬ ਲੋਕ ਆ, ਕਹੂਗਾ ਵੀ ਤੁਹਾਡੇ ਮਹੱਲੇ ਦੇ ਵਿੱਚ ਕਿੰਨੇ ਪੈਸੇ ਚਾਹੀਦੇ ਆ, ਬਹੁਤ ਹਾਕਮਾਂ ਸਾਡਿਆਂ ਨੇ ਕਮਾਏ ਆ ਸਾਡੇ ਤੋਂ ਲੈ ਕੇ, ਆ ਲੈ ਜਾਓ ਉਹਨਾਂ ਲੋਕਾਂ ਨੂੰ ਵੰਡ ਦਿਓ, ਗਰੀਬ ਨੇ। ਤਾਂ ਜੇ ਇਹਨਾਂ ਕੰਮਾਂ 'ਚ ਲੱਗ ਗਏ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਦਾ ਵਿਕਾਸ ਹੋਊਗਾ, ਪੰਜਾਬ ਦੇ ਕਿਸੇ ਵਿਕਾਸ ਤੇ। ਤਾਂ ਸਾਨੂੰ ਚਾਹੀਦਾ, ਲੜਾਈ ਨਹੀਂ ਕਰਨ ਨੂੰ ਅਸੀਂ ਕਹਿੰਦੇ, ਕਿਸੇ ਨੂੰ ਘੇਚ ਕੇ ਅੰਦਰ ਦੇਣ ਨੂੰ ਅਸੀਂ ਨਹੀਂ ਕਹਿੰਦੇ। ਅਸੀਂ ਕਹਿੰਦੇ ਜਦੋਂ ਹਾਕਮ ਆਉਂਦੇ ਸਵਾਲ ਤਾਂ ਕਰਨੇ ਚਾਹੀਦੇ, ਤੇ ਪਿਆਰ ਨਾਲ ਹੱਕ ਉਹਨਾਂ ਦਾ ਨੂੰ ਪੁੱਛੋ। ਜਦੋਂ ਲੋਕ ਚੇਤਨ ਹੋ ਜਾਣਗੇ, ਲੋਕ ਸਮਝਦਾਰ ਹੋ ਜਾਣਗੇ, ਜਦੋਂ ਲੋਕ ਥਾਂ ਥਾਂ ਤੇ ਸਵਾਲ ਕਰਨਗੇ, ਅਸੀਂ ਤੁਹਾਨੂੰ ਸਵਾਲ ਕਰਨ ਲਈ ਏਜੰਡੇ ਦਿੰਦੇ ਆ ਵੀ ਤੁਹਾਡੇ ਕੋਲ ਭਾਰਤ, ਪੰਜਾਬ ਨਾ ਕਹੋ, ਭਾਰਤ ਦਾ ਫੈਡਰਲ ਢਾਂਚਾ ਹੋਵੇ, ਭਾਰਤ ਦੇ ਸਾਰੇ ਸੂਬਿਆਂ ਕੋਲ ਅਧਿਕਾਰ ਹੋਣ, ਉਹ ਆਪਣੀ ਹਿਸਾਬ ਨਾਲ ਖੇਤੀਬਾੜੀ ਵਾਲੇ ਮਸਲੇ ਤੇ ਜਿਹੜੇ ਸੂਬਿਆਂ ਦੇ ਜਿਹੜੇ ਇਸ਼ੂ ਨੇ ਉਹ ਆਪਣੇ ਹਿਸਾਬ ਨਾਲ ਕਰਨ, ਕੇਂਦਰੀਵਾਦ ਘਟਾਇਆ ਜਾ ਸਕੇ ਤੇ ਟੈਕਸਾਂ ਦੀ ਟੈਕਸ ਜਿਹੜੇ ਆ ਵੱਧ ਸੂਬਿਆਂ ਨੂੰ ਮਿਲ ਸਕਣ। ਇਹ ਗੱਲ ਤਾਂ ਪੁੱਛੋ ਵੀ ਕਿਹੜੀ ਪਾਰਟੀ ਚੱਕ ਰਹੀ ਆ, ਕਿਹੜੀ ਪਾਰਟੀ ਇਹ ਗੱਲ ਲੈ ਕੇ ਆ ਰਹੀ ਆ। ਇੰਡੀਅਨ ਪੀਨਲ ਕੋਡ ਵੀ ਜਿਹੜਾ 1861 ਦੀ ਆਈਪੀਸੀ ਆ, ਵੀ ਉਹ ਪੁਲਿਸ ਐਕਟ ਆ, ਉਹਦੇ ਤੇ ਕੀ ਆ ਤੁਹਾਡੇ ਵਿਚਾਰ? ਉਹਨੂੰ ਕਹ ਦੱਸੋ, ਕੋਈ ਦੱਸਣਗੇ। ਐਜੂਕੇਸ਼ਨ ਪਾਲਿਸੀ ਤੇ, ਸਿੱਖਿਆ ਵਾਲੀ ਪਾਲਿਸੀ ਤੇ ਗੱਲ ਕਰੋ ਉਹਨਾਂ ਨਾਲ ਵੀ ਕਿਹੜੀ ਆ ਤੁਹਾਡੇ ਕੋਲ, ਦੱਸੋ ਸਾਨੂੰ, ਠੀਕ ਹੈ। ਸਿਹਤ ਸਹੂਲਤਾਂ ਤੇ ਤੁਹਾਡੇ ਕੋਲ ਕਿਹੜੀ ਪਾਲਿਸੀ ਆ, ਦੱਸੋ। ਰੁਜ਼ਗਾਰ ਦੁਨੀਆ ਦਾ ਸਭ ਤੋਂ ਵੱਡਾ ਮੁੱਦਾ ਵਾ, ਸਾਰੀ ਦੁਨੀਆ 'ਚ ਬੇਰੁਜ਼ਗਾਰੀ ਹੈ, ਉਹਨਾਂ ਰੁਜ਼ਗਾਰ ਤੇ ਪਾਲਿਸੀ ਦੱਸੋ। ਚਲੋ ਮੰਨ ਲਓ ਉਹ ਕਹਿ ਦੇਣ ਵੀ ਅਸੀਂ ਭਰਤੀਆਂ ਕਰਾਂਗੇ, ਉਹਨੂੰ ਕੋਈ ਇਕੱਲਾ ਜਨਤਕ ਖੇਤਰ ਵਿੱਚ ਭਰਤੀਆਂ ਕਰਕੇ ਸਰ ਜੂਗਾ ਤੁਹਾਡਾ? ਵੀ ਕਿਵੇਂ ਜਨਤਕ ਖੇਤਰ 'ਚ ਭਰਤੀਆਂ ਕਰਕੇ ਸਾਰੋਗੇ? ਇਹ ਸਵਾਲ ਕਰੋ। ਖੇਤੀਬਾੜੀ ਸਭ ਤੋਂ ਵੱਡਾ ਰੁਜ਼ਗਾਰ ਆ, ਸਭ ਤੋਂ ਵੱਡਾ ਰੁਜ਼ਗਾਰ ਇੱਥੇ ਦਿੱਤਾ ਜਾ ਸਕਦਾ। ਖੇਤੀ ਦੀ ਪਾਲਿਸੀ ਪੁੱਛ ਲਓ, ਇਹ ਨਾ ਉਹ ਕਹਿਣ ਵੀ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਜੇ ਕਰਨਗੇ ਪਾਲਿਸੀ ਲਿਆਓ, ਸਾਨੂੰ ਪਾਲਿਸੀ ਪੜਾਓ, ਠੀਕ ਹੈ ਜੀ। ਸੋ ਖੇਤੀਬਾੜੀ ਖੇਤਰ ਦੇ ਵਿੱਚ ਜੇ ਕੀਮਤ ਗਰੰਟੀ ਕਾਨੂੰਨ ਬਣ ਜਾਵੇ ਤਾਂ ਇਹਨਾਂ ਦੀ ਹਾਲਤ ਸੁਧਾਰੀ ਜਾ ਸਕਦੀ ਹੈ। ਔਰ ਖੇਤੀ ਦੇ ਆਧਾਰ ਤੇ ਸੰਟਾਂ ਲਾਉਣ ਦੀ ਕਿਸੇ ਕੋ ਨਹੀਂ ਹੈਗੀ। ਜੇ ਉਹ ਕਹਿਣ, ਉਹਨਾਂ ਨੂੰ ਕਹੋ ਵੀ ਕਿਹੜਾ ਕਹਿੰਦਾ ਵੀ ਜਿਹੜੀ ਸਾਡੀ ਖੋਜ ਆ ਖੇਤੀ ਤੇ, ਐਗਰੀਕਲਚਰ ਯੂਨੀਵਰਸਿਟੀ ਦਾ ਵੀਸੀ ਨਹੀਂ ਹੈਗਾ, ਠੀਕ ਹੈ ਜੀ। ਉਹਨਾਂ ਨੂੰ ਖੋਜ ਕਰਨ ਵਾਸਤੇ ਫੰਡ ਹੀ ਨਹੀਂ ਮੁਹੱਈਆ ਕਰਾਇਆ ਜਾਂਦਾ। ਕਿਹੜੀ ਐਜੂਕੇਸ਼ਨ ਖੇਤੀਬਾੜੀ ਪਾਲਿਸੀ ਦੱਸੋ? ਭਗਵੰਤ ਮਾਨ ਬੋਲਦਾ ਦਿਖਿਆ ਇੱਥੇ ਕਦੀ?
ਤੁਹਾਨੂੰ ਲੱਗਿਆ ਸਿੱਧੂ ਬੋਲਦਾ ਦਿਖਿਆ ਹੋਵੇ, ਸਿੱਧੂ ਵਾਲੇ ਸੋ ਪਾਲਿਸੀ ਕੋਈ ਨਹੀਂ ਹੈਗੀ। ਇਹਨਾਂ ਨੂੰ ਸਵਾਲ ਤਾਂ ਕਰੋ ਵੀ ਭਾਈ ਪਾਲਿਸੀ ਲਿਆਓ ਵੀ ਤੁਸੀਂ ਖੇਤੀ ਦੇ ਖੋਜ ਖੇਤਰ ਲਈ ਆਪਣੇ ਵਿਗਿਆਨੀਆਂ ਤੇ ਟਰਸਟ ਕਰਦੇ ਜੇ, ਜਾਂ ਜਿਹੜੀ ਖੋਜ ਕਾਰਪੋਰੇਟ ਘਰਾਣੇ ਕਰ ਰਹੇ ਆ, ਜਿਹੜੀ ਖੋਜ ਕਾਰਪੋਰੇਟ ਘਰਾਣੇ ਕਰਦੇ ਉਹੀ ਸਾਡੇ ਤੇ ਲੱਦੀ ਜਾਂਦੇ ਜੇ। ਖੋਜ ਤਾਂ ਕਾਰਪੋਰੇਟ ਘਰਾਣੇ ਕਰ ਰਹੇ, ਅਗਲੇ ਆਪਣੀਆਂ ਨੀਤੀਆਂ ਦੇ ਹਿਸਾਬ ਨਾਲ ਬੀਜ ਦੇਂਦੇ ਆ, ਆਪਣੇ ਨੀਤੀਆਂ ਦੇ ਹਿਸਾਬ ਨਾਲ ਰਸਾਇਣਿਕ ਤੇ ਦਵਾਈਆਂ ਤੇ ਖਾਦਾਂ ਪਵਾਈ ਜਾਂਦੇ। ਕਿੰਨਾ ਜ਼ਹਿਰੀਲਾ ਹੋ ਗਿਆ ਵਾਤਾਵਰਨ, ਕੁਝ ਵੀ ਨਹੀਂ ਹੈਗਾ। ਪ੍ਰਦੂਸ਼ਣ ਤੇ ਕੋਈ ਉਹਨਾਂ ਕੋਲ ਪਾਲਿਸੀ ਹੋਵੇ, ਪੰਜਾਬ ਦਾ ਪਾਣੀ ਥੱਲੇ ਚੱਲਿਆ ਉਹਦੇ ਲਈ ਕੋਈ ਪਾਲਿਸੀ ਹੋਵੇ ਵੀ ਕਿਹੜਾ ਵਾ, ਬਰਸਾਤ ਦਾ ਪਾਣੀ ਉੱਤੋਂ ਇੰਨਾ ਬਰਸਾਤ, ਕੋਈ ਹੈ ਪਾਲਿਸੀ ਵੀ ਪੰਜਾਬ ਦੇ ਪਾਣੀ ਨੂੰ ਜਾਂ ਦੇਸ਼ ਦੇ ਪਾਣੀ ਨੂੰ, ਦੇਸ਼ ਦੀ ਗੱਲ ਕਰ ਲਓ, ਕਿਵੇਂ ਬਚਾਉਣਾ, ਕੋਈ ਭਾਜਪਾ ਕੋ ਪਾਲਿਸੀ ਹੋਵੇ ਜਿਹੜੀ। ਤਾਂ ਹੀ ਕਿਹਾ ਵੀ ਲੋਕ ਮਸਲਿਆਂ ਤੇ ਕੋਈ ਉਹਨਾਂ ਕੋਲ ਏਜੰਡਾ ਨਹੀਂ ਹੈਗਾ। ਤੋ ਇਸ ਕਰਕੇ ਵੀਰੋ ਭਰਾਓ, ਵਰਗਲਾਇਓ ਨਾ, ਇਹਨਾਂ ਦੇ ਝਾਸੇ ਜਾ ਕੇ ਆਪਣੇ ਭਰਾਵਾਂ ਦੇ ਸਿਰ ਨਹੀਂ ਪਾੜਨੇ ਹੈਗੇ। ਆਪੋ ਚ ਉਹਦੀ ਏਕਾ ਰੱਖਣਾ, ਧਰਮਾਂ ਦੇ ਨਾਂ ਤੇ ਇਹ ਵੰਡੀਆਂ ਪਾਉਣਗੇ ਇਸ ਇਲੈਕਸ਼ਨ ਦੇ ਵਿੱਚ। ਮੈਂ ਫੇਰ ਬੇਨਤੀ ਕਰਦਾ ਵੀ ਜਿੰਨੇ ਵੀ ਪੰਜਾਬ ਦੇ ਜਾਂ ਦੇਸ਼ ਦੇ ਵਿੱਚ ਧਾਰਮਿਕ ਸਥਾਨ ਆ ਉਹਨਾਂ ਦੀ ਰਾਖੀ ਕਰਿਓ, ਛੱਡਿਓ ਨਾ, ਉਹਨਾਂ ਸਾਰਿਆਂ ਦੀ ਰਾਖੀ ਜਾਰੀ ਰੱਖਿਓ। ਇਹ ਕੁਝ ਵੀ ਕਰਵਾ ਸਕਦੇ ਆ, ਕਿਤੇ ਵੀ ਇਹਨਾਂ ਦੀਆਂ ਏਜੰਸੀਆਂ ਬੰਬ ਧਮਾਕੇ ਸੰਭਵ ਹੈਗੇ ਆ, ਔਰ ਉਹਦੇ ਲਈ ਮਾਹੌਲ ਕਿਹਾ ਜਾਊ ਮੁੜ ਕੇ ਪਾਕਿਸਤਾਨ ਦੇ ਹੱਥ ਆ ਗਏ ਆ, ਬਹੁਤ ਵੱਡੀ ਗੱਲ ਹੋ ਗਈ। ਸਾਡੇ ਹਿੰਦੂ ਭਰਾਵਾਂ ਨੂੰ ਡਰਾ ਕੇ, ਹਿੰਦੂ ਭਰਾ ਸਾਡੇ ਨੇ, ਪੰਜਾਬੀ ਨੇ, ਉਹਨਾਂ ਨੂੰ ਡਰਾ ਕੇ ਵੋਟਾਂ ਪਾਈਆਂ ਜਾਣਗੀਆਂ। ਕੈਪਟਨ ਝੱਟ ਬਿਆਨ ਦਊਗਾ ਪਾਕਿਸਤਾਨ ਦਾ ਹੱਥ ਆ ਜੀ, ਠੀਕ ਆ ਜੀ। ਜਿਵੇਂ ਉਹ ਲੁਧਿਆਣੇ ਵਾਲਾ ਭਾਊ ਇੱਕ ਬੋਲਦਾ ਵੀ ਫਲਾਣੇ ਥਾਂ ਤੋਂ ਐਟਰਲੀ ਨੇ ਫਾਇਰ ਕਰ ਦੇਣਾ ਸੀ ਜੀ, ਜਾਣੀ ਉਹ ਭਾਜਪਾ ਦਾ ਨੈਸ਼ਨਲ ਏਜੰਡਾ ਚੱਕ ਕੇ ਗਾੜੀ ਲਿਆਂਦਾ ਜਾਊਗਾ। ਇਹ ਸਾਰਾ ਕੁਝ ਹੋਣਾ ਵਾ। ਸੋ ਅਸੀਂ ਸਾਰਿਆਂ ਨੇ ਧਾਰਮਿਕ ਸਥਾਨਾਂ ਦੀ ਰਾਖੀ ਕਰਨੀ ਆ। ਜਾਤਾਂ ਪਾਤਾਂ ਦੇ, ਜਾਤਾਂ ਦੇ ਨਾਂ ਤੇ ਵੰਡੀਆਂ ਪਾਉਣਗੇ ਵੀ ਆ ਫਲਾਣੀ ਜਾਤ ਦਾ, ਢਿਮਕੜੀ ਜਾਤ ਦਾ, ਇਹਦੇ ਤੋਂ ਵੀ ਬਚ ਕੇ ਰਹਿਣਾ ਵਾ। ਇੱਥੇ ਨਹੀਂ ਹੋਣਾ। ਧਰਮਾਂ ਦੇ ਨਾਂ ਤੇ ਅੱਡ ਕਰਕੇ ਕੁੱਟਣ ਦਾ ਯਤਨ ਹੋਊਗਾ ਤੁਹਾਨੂੰ। ਇਹ ਸਾਰਿਆਂ ਤੋਂ ਉੱਠ ਕੇ ਜਿਵੇਂ ਇੱਕ ਜਾਗਰੂਕ ਨਾਗਰਿਕ ਹੁੰਦਾ, ਜਿਵੇਂ ਕਿਸਾਨ ਮਜ਼ਦੂਰ ਆ, ਉਹਨਾਂ ਮੰਗਾਂ ਤੇ ਉਹਨਾਂ ਮਸਲਿਆਂ ਤੇ ਸਾਨੂੰ ਇਹਨਾਂ ਦੀ ਜਵਾਬਦੇਹੀ ਕਰ ਲੈਣੀ ਚਾਹੀਦੀ ਹੈ। ਤਾਂ ਲੋਕਾਂ ਦੇ ਮੁੱਦੇ ਨਾ ਵਿਸਰਨ। ਤਾਂ ਅਸੀਂ ਵੀ ਆਉਣ ਵਾਲੇ ਸਮੇਂ 'ਚ ਲੋਕ ਬਦਲ ਉਸਾਰੋ ਦੇ ਉੱਤੇ ਵਿਚਾਰ ਚਰਚਾ ਕਰ ਰਹੇ ਆ ਕਿ ਕੀ ਫੈਸਲਾ ਹੁੰਦਾ, ਕੀ ਫੈਸਲਾ ਕਰਦੇ, ਵੀ ਕਿਵੇਂ ਮੰਨੀਆਂ ਹੋਈਆਂ ਮੰਗਾਂ, ਠੀਕ ਆ। ਇਹ ਕਹਿੰਦੇ ਕੋਡ ਆਫ ਕੰਡਕਟ ਲਾਗੂ। ਕੋਡ ਆਫ ਕੰਡਕਟ ਕੋਈ ਨਵਾਂ ਐਲਾਨ ਨਹੀਂ ਹੋ ਸਕਦਾ, ਪਰ ਜਿਹੜੀਆਂ ਮੰਗਾਂ ਮੰਨ ਲਈਆਂ ਉੱਤੇ ਕੋਡ ਆਫ ਕੰਡਕਟ ਨਹੀਂ ਲੱਗਦਾ ਹੁੰਦਾ। ਕੋਡ ਆਫ ਕੰਡਕਟ ਕਿੱਦਾਂ ਲੱਗੂਗਾ? ਜਾਨੀ ਉਹ ਕਹਿੰਦੇ ਸੀ ਸ਼ਹੀਦ ਪਰ ਨੌਕਰੀਆਂ ਦੇਣੀਆਂ, ਦਿਓ, ਠੀਕ ਆ। ਜਿੰਨਾ ਨੌਕਰੀਆਂ ਦੇ ਨੋਟੀਫਿਕੇਸ਼ਨ ਹੋ ਗਏ ਉਹਨਾਂ ਨੂੰ ਦਿਓ, ਕਰ ਦਿਓ ਉਹਨਾਂ ਦੇ ਮਸਲੇ ਹੱਲ, ਠੀਕ ਆ। ਤੁਸੀਂ ਨਰਮੇ ਦਾ ਵੰਡੋ, ਖਰਾਬਾ ਵੰਡੋ, ਬਾਸਮਤੀ ਦਾ ਖਰਾਬਾ ਵੰਡੋ, ਠੀਕ ਹੈ ਜੀ। ਬਾਕੀ ਨਸ਼ੇ ਬੰਦ ਕਰਦੇ ਕਿਹੜਾ ਕੋ ਕੋਡ ਆਫ ਕੰਡਕਟ ਲੱਗਦਾ ਵਾ, ਭ੍ਰਸ਼ਟਾਚਾਰ ਬੰਦ ਕਰਦੇ ਕਿਹੜਾ ਕੋਡ ਆਫ ਕੰਡਕਟ ਲੱਗਦਾ ਵਾ। ਤੋ ਅਫਸਰਸ਼ਾਹੀ ਨੂੰ ਘੇਰ ਕੇ ਮੰਗਾਂ ਲਾਗੂ ਕਰਵਣੀਆਂ ਵਾ, ਇਹ ਮੁੱਦਾ ਹੈਗਾ ਵਾ, ਕਰਦੇ ਆ ਇਹਦੇ ਤੇ ਫੈਸਲਾ। ਤੋ ਇਸ ਕਰਕੇ ਭਰਾਓ, ਲੋਕਾਂ ਦੇ ਮੁੱਦੇ ਜਿਹੜੇ ਆ ਉਹ ਜਾਗਰੂਕ ਰਹਿਣ ਤੇ ਇਹ ਨਸ਼ੇ ਵਾਲਾ ਫਿਰ ਇਹ ਨਸ਼ੇ ਵਰਤਾ ਕੇ ਸਾਨੂੰ ਅੰਨਾ ਕਰਕੇ ਨਸ਼ਿਆਂ ਦੇ ਵਿੱਚ ਵੋਟਾਂ ਨਾ ਲੈ ਜਾਣ, ਕਿਉਂਕਿ ਇਹ ਲਗਾਤਾਰ ਕਹੀ ਜਾਣਾ ਵੀ ਇਹ ਲੋਕਤੰਤਰ ਦਾ ਮੇਲਾ ਵਾ, ਜੇ ਤੁਸੀਂ ਕਿਤੇ ਵੋਟ ਪਾਉ ਨਾ ਗਏ ਤਾਂ 14 ਜਨਵਰੀ ਤੋਂ ਬਾਅਦ 5 ਜਨਵਰੀ ਨੂੰ ਜਿਹੜਾ 15 ਜਨਵਰੀ ਨੂੰ ਦਿਨ ਚੜ੍ਹਨਾ ਵਾ ਉਹ ਕਿਤੇ ਕਾਲਾ ਹੋਣਾ ਵਾ। 14 ਜਨਵਰੀ ਤੋਂ ਬਾਅਦ 14 ਫਰਵਰੀ ਨੂੰ ਵੋਟਾਂ ਪੈਣੀਆਂ। 14 ਫਰਵਰੀ ਤੋਂ 15 ਫਰਵਰੀ ਨੂੰ ਦਿਨ ਵੀ ਉਹੋ ਜਿਹਾ ਚੜ੍ਹਨਾ ਜਿੱਤੇ ਵਿੱਚ ਸਾਡੇ ਸੰਕਟ ਹੋਣਗੇ। ਮਾਰਚ ਨੂੰ ਜਦੋਂ ਇਲੈਕਸ਼ਨ ਆਉਣਾ ਉਦੋਂ ਅਗਲਾ ਦਿਨ ਵੀ ਉਹੋ ਜਿਹਾ ਹੀ ਹੋਣਾ ਵਾ। ਇਸ ਵੇਲੇ ਕਿਉਂਕਿ ਮੈਂ ਪਹਿਲੋਂ ਕਹਿੰਦਾ ਨਾ, ਮੀਡੀਆ ਸਭ ਤੋਂ ਵੱਡਾ ਹਥਿਆਰ, ਸਭ ਤੋਂ ਵੱਡਾ ਕਾਰਪੋਰੇਟ ਪੱਖ ਦਾ, ਹਾਕਮਾਂ ਦੇ ਪੱਖ ਦਾ ਜੇ ਵੱਡਾ ਹਥਿਆਰ ਆ ਤੇ ਮੀਡੀਆ ਵਾ। ਜਿੰਨੇ ਲੋਕਾਂ ਦੇ ਮੁੱਦਿਆਂ ਤੇ ਉਸ ਹਿਸਾਬ ਨਾਲ ਚਰਚਾ ਨਹੀਂ ਕਰਨੀ ਹੈਗੀ, ਉਹ ਸੱਦੇ ਕਿਸਾਨ ਆਗੂਆਂ ਨੂੰ, ਉਹ ਕਿਸਾਨ ਆਗੂ ਜਿਹੜੇ ਨਿਰਪੱਖ ਨੇ, ਉਹ ਚਰਚਾ ਕਰੇ ਉਹਨਾਂ ਨਾਲ ਵੀ ਕਿਹੜੇ ਮੁੱਦੇ ਰਹਿ ਰਹੇ ਤੇ ਉਹ ਮੁੱਦੇ ਯਾਰ ਕੀ ਹੈਗੇ ਇਲੈਕਸ਼ਨ 'ਚ ਕਿ ਨਹੀਂ ਹੈਗੇ। ਉਹ ਐਜੂਕੇਸ਼ਨ ਖੇਤਰ ਦੇ ਮਾਹਰਾਂ ਨੂੰ ਸੱਦੇ, ਵਿਦਿਆ ਦੇ ਖੇਤਰ, ਉਹ ਚਰਚਾ ਕਰੇ ਵੀ ਵਿਦਿਆ ਦੇ ਖੇਤਰ ਵਾਲੇ ਮਸਲੇ ਕਿਹੜੇ ਵਿਸਰ ਰਹੇ ਆ ਕਿਹੜੇ ਨਹੀਂ। ਜਿਹੜੇ ਲੋਕ ਪੱਖੀ ਬੁੱਧੀਜੀਵੀ ਨੇ, ਸਰਕਾਰ ਪੱਖੀ ਬੁੱਧੀਜੀਵੀ ਤਾਂ ਬਹੁਤ ਸੱਦਦੇ ਨੇ, ਠੀਕ ਆ। ਉਹ ਸਿਹਤ ਵਾਲੇ ਮਸਲੇ ਦੇ ਵਿੱਚ ਲੋਕ ਪੱਖੀ ਸਿਹਤ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਨੂੰ ਲੈ ਕੇ ਆਵੇ, ਉਹ ਮੁੱਦੇ ਨੂੰ ਉਸਾਰੇ। ਉਹ ਰੁਜ਼ਗਾਰ ਵਾਲੇ ਮੁੱਦੇ ਤੇ ਬੇਬਾਕ ਬੋਲਣ ਵਾਲੇ, ਲੋਕਾਂ ਦੇ ਹੱਕ 'ਚ ਬੋਲਣ ਵਾਲੇ ਬੰਦੇ ਨੂੰ, ਉਹ ਖੇਤੀ ਦੇ ਮਾਹਰਾਂ ਨੂੰ ਲਿਆ ਕੇ ਬੁਲਾਵੇ ਵੀ MSP ਗਰੰਟੀ ਕਾਨੂੰਨ ਨਾਲ ਕਿੰਨਾ ਕੁ ਦੇਸ਼ ਨੂੰ ਫਾਇਦਾ ਹੋਊਗਾ।
ਉਹ ਕਿੰਨਾ ਕੁ ਦੋਸ਼ ਤਰੱਕੀ ਕਰੂਗਾ। ਉਹ ਇਹਨਾਂ ਮੁੱਦਿਆਂ ਤੇ ਚਰਚਾ ਕਰੇ। ਜੇ ਭਾਰਤ ਇੱਕ ਫੈਡਰਲ ਢਾਂਚਾ ਬਣੇ ਤਾਂ ਉਹਦਾ ਕੀ, ਉਹ ਘੱਟੋ ਘੱਟ ਮਾਹਰ ਜਿਹੜੇ ਪੁਲਿਸ ਐਕਟ ਦੇ ਲੋਕ ਪੱਖੀ ਪੁਲਿਸ ਐਕਟ ਕਿਹੜਾ ਹੋਵੇ, ਮੀਡੀਆ ਉੱਤੇ ਚਰਚਾ ਕਰਾਵੇ ਵੀ ਲੋਕ ਪੱਖੀ ਜਿਹੜਾ ਪੁਲਿਸ ਐਕਟ ਹੋਊਗਾ ਉਹ ਭਾਰਤ ਦੇ ਲੋਕਾਂ ਨੂੰ ਕਿਵੇਂ ਇਨਸਾਫ ਦਿਵਾ ਸਕੇ। ਕਿਹੜਾ ਪੁਲਿਸ ਐਕਟ ਹੋਵੇ ਜਿਹੜਾ 1961 ਦੀ ਆਈਪੀਸੀ ਉਹ ਚ ਕੀ ਖਾਮੀਆਂ ਹੈਗੀਆਂ ਵਾ, ਨਹੀਂ ਚਰਚਾ ਕਰੂਗਾ ਕਾਰਪੋਰੇਟ ਪੱਖੀ ਮੀਡੀਆ, ਨਹੀਂ ਇਹ ਗੱਲਾਂ ਸਾਰੂਗਾ। ਤਾਂ ਇਸ ਕਰਕੇ ਬਹੁਤ ਸਾਰੇ ਮੁੱਦੇ ਹੈਗੇ ਜਿਨ੍ਹਾਂ ਮੁੱਦਿਆਂ ਤੇ ਸਾਨੂੰ ਚਰਚਾ ਕਰਨੀ ਚਾਹੀਦੀ ਆ। ਤੁਸੀਂ ਭਰਾਓ ਬਹੁਤ ਵੱਡਾ ਆਉਣ ਵਾਲੇ ਸਮੇਂ ਵਿੱਚ ਵੱਡੇ ਐਲਾਨ ਹੋਣੇ ਆ, ਵੱਡੇ ਫੈਸਲੇ ਹੋਣੇ ਆ। ਤਗੜੇ ਹੋ ਕੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਦਾ ਸਾਥ ਦੇਣਾ। ਅਸੀਂ ਤੁਹਾਨੂੰ ਵੋਟਾਂ ਵਾਸਤੇ ਮਦਦ ਨਹੀਂ ਕਰਦੇ ਹੋਗੇ, ਅਸੀਂ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰਾਂਗੇ। ਔਰ ਪ੍ਰੈਸ਼ਰ ਗਰੁੱਪ ਜਿਹੜਾ ਵਾ ਲੋਕ ਪੱਖੀ ਬਦਲਾਂ ਦੇ ਮੁੱਦਿਆਂ ਨੂੰ ਇਸ ਚੋਣਾਂ ਵਿੱਚ ਚੱਕੂਗਾ ਵੀ ਇਹਨਾਂ ਮੁੱਦਿਆਂ ਤੇ ਅਸੀਂ ਘੇਰੀਏ ਤਾਂ ਜਿਹੜੇ ਚਿਹਰੇ ਆ ਹਾਕਮਾਂ ਦੇ ਨੰਗੇ ਕਿ ਕੋਈ ਪਾਰਟੀ ਹੋਵੇ ਉਹਨਾਂ ਦੀਆਂ ਪਾਲਿਸੀਆਂ ਨੀਤੀਆਂ ਤੇ ਆਲੋਚਨਾ ਕਰਨ ਦਾ ਸਾਨੂੰ ਹੱਕ ਆ। ਉਹ ਦੱਸੀਏ ਵੀ ਕਿਹੜੀਆਂ ਗੱਲਾਂ ਤੇ ਕਿੱਦਾਂ ਤੁਹਾਡੇ ਨਾਲ ਫਿਰ ਛਲ ਕਰਨ ਜਾ ਰਹੇ ਆ। ਚੁਣਨਾ ਤੁਸੀਂ ਆ, ਕਿਹਨੂੰ ਚੁਣਨਾ ਨਹੀਂ ਚੁਣਨਾ। ਔਰ ਦੇਖਿਓ ਆਪਣੇ ਘਰਾਂ ਤੇ ਕਿਸਾਨਾਂ ਵਾਲੇ ਝੰਡੇ ਲਾ ਕੇ ਉਹਨੂੰ ਸਲਾਮ ਕਰਨਾ ਨਾ ਛੱਡਿਓ। ਦੂਜੇ ਝੰਡੇ ਲਾਓਗੇ ਵੈਰ ਪੈਣਗੇ, ਕੇਸ ਪੈਣਗੇ। ਕਿਸਾਨਾਂ ਮਜ਼ਦੂਰਾਂ ਦੇ ਝੰਡੇ ਲਾਓਗੇ ਤੇ ਏਕਤਾ ਵਿੱਚ ਬੱਝੇ ਰਹੋਗੇ। ਇਹੀ ਸਾਡੀ ਅਪੀਲ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸਦੇ ਕਿ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਕੁਝ ਜਥੇਬੰਦੀਆਂ ਚੋਣਾਂ ਲੜਨ ਦਾ ਫੈਸਲਾ ਵੀ ਕਰ ਚੁੱਕੀਆਂ ਨੇ। ਦੇਖਣਾ ਹੋਵੇਗਾ ਕਿ ਪੰਜਾਬ ਦੀ ਜਨਤਾ ਕਿਸਾਨਾਂ ਦੀ ਪਾਰਟੀ ਨੂੰ ਕਿੰਨਾ ਕੁ ਹੁੰਗਾਰਾ ਦਿੰਦੀ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।